ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਦੋਹਰਾ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਬਾਂਹ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਤਿਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਗਰੁੱਪ ਦੇ ਪਤਵੰਤੇ ਸਤਵੰਤੇ ਸੱਜਣਿਓ, ਇਹ ਜਿਹੜੀ ਰਹਿਰਾ ਸਾਹਿਬ ਦੀ ਬਾਕੀ ਵਿਚਾਰ ਅੱਜ ਕਰਨੀ ਹੈ। ਦੋਹਰਾ ਗੁਰੂ ਪਾਤਸ਼ਾਹ ਫਰਮਾਉਂਦੇ ਹੈ ਵੀ ਸਾਰੇ ਦੁਆਰਾਂ ਨੂੰ ਛੱਡ ਕੇ ਮੈਂ ਤੇਰਾ ਦੁਆਰ ਪਕੜਿਆ। ਗਹਿਓ ਮੈਨੇ ਪਕੜਨਾ। ਬਾਂਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੇਰੀ ਬਾਂਹ ਪਕੜੇ ਦੀ ਲਾਜ ਰੱਖੋ, ਗੋਬਿੰਦ ਤੁਹਾਡਾ ਦਾਸ ਹੈ। ਇਹ ਸਾਧ ਸੰਗਤ ਜੀ, ਉਹ ਬਾਹੇ ਸ਼ਬਦ ਬੋਲਿਆ ਜਾਂਦਾ ਅਕਸਰ ਸਾਰੀ ਸੰਗਤ ਦੁਆਰਾ। ਇਹ ਬਾਹੇ ਸ਼ਬਦ ਨਹੀਂ ਹੈ। ਹਾਹਾ ਜਿਹੜੀ ਸਿਹਾਰੀ ਲੱਗੀ ਹੋਈ ਹੈ, ਇਹਦਾ ਮਤਲਬ ਹੈ ਬਾਂਹ 'ਚ ਬਾਂਹ ਪਾਈ ਹੋਈ। ਜਿਵੇਂ ਸੱਸਾ ਬੱਬਾ ਦੱਦੇ ਨੂੰ ਸਿਹਾਰੀ ਦਾ ਮਤਲਬ ਹੁੰਦਾ ਸ਼ਬਦ ਦੇ ਰਾਹੀਂ, ਉਸ ਤਰ੍ਹਾਂ ਇਹ ਸ਼ਬਦ ਹੈ ਬਾਂਹ। ਬਾਂਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਈਆਂ। ਇਹ ਮੇਰੀ ਮਾਏ, ਮੈਨੂੰ ਆਨੰਦ ਮਿਲ ਗਿਆ, ਬਣ ਗਿਆ ਮੇਰਾ ਅੰਦਰ ਆਨੰਦ, ਕਿਉਂਕਿ ਮੈਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਗਈ ਹੈ। ਮੈਂ ਸਤਿਗੁਰੂ ਨਾਲ ਭੇਂਟ ਕਰ ਲਈ ਹੈ, ਪਰਮਾਤਮਾ ਨੇ ਕਿਰਪਾ ਕਰੀ ਹੈ। ਔਰ ਸਹਿਜ ਨਾਲ ਮਿਲਿਆ ਹੈ ਸਤਿਗੁਰੂ, ਆਪਣੀ ਕਰਨੇ ਨਾਲ ਨਹੀਂ ਮਿਲਿਆ ਹੈ, ਮੇਰੇ ਐਕਸ਼ਨਾਂ ਕਰਕੇ ਨਹੀਂ ਮਿਲਿਆ। ਇਹ ਗੁਰੂ ਤਦ ਮਿਲਦਾ ਜਦੋਂ ਪਰਮਾਤਮਾ ਬਖਸ਼ਿਸ਼ ਕਰਦਾ। ਜਿਸ ਹਰ ਭਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ। ਹੁਣ ਮੇਰੇ ਮਨ ਵਿੱਚ ਵਧਾਈਆਂ ਵੱਜ ਰਹੀਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸਾਰੇ ਜਿੰਨੇ ਵੀ ਗਾਉਣ ਵਾਲੇ ਰਾਗ ਹੈ, ਉਹਨਾਂ ਦੀਆਂ ਅੱਗੇ ਰਾਗਣੀਆਂ, ਉਹ ਸਾਰੀਆਂ ਹੀ ਸ਼ਬਦ ਗਾਵਣ ਆਈਆਂ। ਯਾਨੀ ਜਿਵੇਂ ਵਿਆਹ ਦੇ ਵਿੱਚ ਬੀਬੀਆਂ ਇਕੱਠੀਆਂ ਹੋ ਕੇ ਗਾਉਂਦੀਆਂ, ਉਸੇ ਤਰੀਕੇ ਨਾਲ ਵਧਾਈਆਂ ਦੇਣ ਵਾਸਤੇ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਿਹੜਾ ਸ਼ਬਦ ਗਾਉਣਾ ਹੈ? ਹਰੀ ਦਾ, ਗੁਰਬਾਣੀ ਗਾਉਣੀ। ਜਿਨ੍ਹਾਂ ਨੇ ਮਨ ਵਿੱਚ ਇਹ ਵਸਾ ਲਿਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਗੁਰੂ ਸਾਹਿਬ ਫਰਮਾਉਂਦੇ ਆ ਵੀ ਮੈਨੂੰ ਆਨੰਦ ਦੀ ਪ੍ਰਾਪਤੀ ਹੋ ਗਈ, ਪਰਮ ਸੁੱਖ ਦੀ, ਕਿਉਂਕਿ ਮੈਂ ਸਤਿਗੁਰੂ ਨੂੰ ਪਾ ਲਿਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਉਹ ਮਨਾ, ਮੇਰੇ ਮਨਾ, ਤੂੰ ਹਮੇਸ਼ਾ ਹੀ ਪਰਮਾਤਮਾ ਦੇ ਨਾਲ ਰਹੋ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਕਿਉਂਕਿ ਤੇਰੇ ਉਹਦੇ ਨਾਲ ਰਹਿਣ ਨਾਲ ਸਾਰੇ ਦੁੱਖਾਂ ਦਾ ਵਿਸਾਰਨ ਹੋ ਜਾਂਦਾ। ਸਾਰੇ ਦੁੱਖ ਛੱਡ ਕੇ ਚਲੇ ਜਾਂਦੇ, ਤੂੰ ਉਹਦੇ ਨਾਲ ਰਹੋ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੰਵਾਰਨਾ। ਹਮੇਸ਼ਾ ਉਹ ਤੇਰੇ ਅੰਗੀਕਾਰ ਹੈ, ਅੰਗ ਸੰਗ ਹੈ, ਤੇਰੇ ਸਾਰੇ ਕਾਰਜ ਨੂੰ ਸਵਾਰਦਾ ਹੈ, ਕਾਰਜਾਂ ਨੂੰ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰੇ। ਇਹ ਰਾਰੇ ਦੇ ਉੱਪਰ ਲਾਮ ਦੇ ਨਾਲ ਬਿੰਦੀ ਬੋਲਣੀ ਸਾਧ ਸੰਗਤ ਜੀ। ਜਿਹੜਾ ਕਿ ਸਭ ਗੱਲਾਂ ਦਾ ਸਮਰੱਥ ਸੁਆਮੀ ਹੈ ਪਰਮਾਤਮਾ, ਉਹ ਵਾਹਿਗੁਰੂ ਜੀ, ਉਹਨੂੰ ਮਨਾ ਕਿਉਂ ਵਿਸਾਰਦਾ ਹੈ ਤੂੰ? ਮਨ ਨੂੰ ਸੰਬੋਧਨ ਹੈ, ਸੋ ਕਿਉਂ ਮਨੋਂ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਹੇ ਵਾਹਿਗੁਰੂ ਜੀਓ, ਸੱਚੇ ਸਾਹਿਬ ਜੀਓ, ਤੇਰੇ ਘਰ 'ਚ ਕਿਆ ਕੁਝ ਨਹੀਂ ਹੈ, ਸਭ ਕੁਛ ਹੈ। ਜਿਹਨੂੰ ਤੂੰ ਦਿੰਦਾ ਹੈ ਉਹੀ ਉਹ ਪਾਉਂਦਾ ਹੈ। ਜਿਹਨੂੰ ਜਿੰਨੀ ਦਾਤ ਤੂੰ ਬਣਦਾ ਹੈ ਉਨੀ ਉਹ ਪ੍ਰਾਪਤ ਕਰਦਾ ਹੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਉਸੇ ਦੇ ਮਨ ਵਿੱਚ
ਤੇਰੀ ਸਿਫਤ ਸਲਾਹ ਵਸਦੀ ਹੈ ਜਿਹਨੂੰ ਤੂੰ ਕਿਰਪਾ ਕਰਦਾ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਜਿਨ੍ਹਾਂ ਦੇ ਮਨ ਵਿੱਚ ਨਾਮ ਵਸ ਜਾਂਦਾ ਹੈ ਉਹਨਾਂ ਦੇ ਅੰਦਰ ਬਹੁਤ ਸਾਰੇ ਸ਼ਬਦ ਵੱਜਦੇ ਨੇ। ਸਾਧ ਸੰਗਤ ਜੀ, ਉਹ ਗੁਰਬਾਣੀ 'ਚ 5 ਸ਼ਬਦਾਂ ਦੀ ਗੱਲ ਵੀ ਆਉਂਦੀ ਹੈ, ਨਾਥ ਸਾਹਿਬ 'ਚ ਵੀ ਆਉਂਦੀ ਹੈ, ਲੇਕਿਨ ਇਹ ਸ਼ਬਦ ਹੈ ਜਿਹੜਾ ਇਹ ਸਾਨੂੰ ਪਿੱਛੇ ਤੋਂ ਹਿੰਦੂ ਸਭਿਅਤਾ 'ਚੋਂ ਮਿਲਿਆ, ਜੋਗੀ ਸਭਿਅਤਾ 'ਚੋਂ ਮਿਲਿਆ। ਗੁਰੂ ਸਾਹਿਬ ਦਾ ਹੁਕਮ ਹੈ ਬਈ 5 ਕਿਸਮ ਦੇ ਸਾਜ਼ ਹੈ ਜਿਹੜੇ ਉਹਨਾਂ ਤੋਂ ਸ਼ਬਦ ਨਿਕਲਦੇ ਆ, ਉਹ ਘਨੇਰੇ ਹੀ ਹੈ, ਕੋਈ 5 ਦੀ ਗਿਣਤੀ ਨਹੀਂ ਹੈ। 5 ਸ਼ਬਦ ਗੁਰ ਸ਼ਬਦ ਲਿਵ, ਪੰਜੂ ਪੰਜੇ ਪੰਜੀ ਲਾਣੇ, ਭਾਈ ਗੁਰਦਾਸ ਜੀ ਨੇ ਵਿਆਖਿਆ ਕਰੀ ਹੈ। ਕੋਈ 5 ਸ਼ਬਦਾਂ ਦੀ ਗੱਲ ਨਹੀਂ ਹੈ ਗੁਰਬਾਣੀ 'ਚ। ਜਿਵੇਂ 4 ਯੁੱਗਾਂ ਦੀ ਗੱਲ ਕਰਕੇ ਸਾਰੇ ਯੁੱਗ ਪਤਾ ਹੀ ਨਹੀਂ ਵੀ ਕਿੰਨੇ ਯੁੱਗ ਹੈ, ਕਲਪ ਹੈ, ਕੋਈ ਹਿਸਾਬ ਨਹੀਂ ਹੈ। ਤੋ ਉਹਨਾਂ ਦਾ ਖਿਆਲ ਦੇ ਕੇ ਆਪਣਾ ਖਿਆਲ ਨਾਲ ਦਿੱਤਾ ਹੋਇਆ। 5 ਸ਼ਬਦਾਂ ਨੂੰ ਟੋਲੀ ਜਾਂਦੇ ਲੋਕ ਵੀ 5 ਸ਼ਬਦਾਂ ਦੀ ਗੱਲ ਗੁਰਬਾਣੀ 'ਚ ਆਉਂਦੀ ਹੈ। ਭਾਈ ਆਉਂਦੀ ਹੈ, ਲੇਕਿਨ ਸ਼ਬਦ ਤਾਂ ਘਨੇਰੇ ਹੀ ਹੈ, ਕੋਈ ਅੰਤ ਨਹੀਂ, ਇੰਨੇ ਸ਼ਬਦ ਵੱਜਦੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਮੇਰਾ ਆਧਾਰ ਨਾਮ ਹੈ, ਉਹਨੇ ਮੇਰੀਆਂ ਸਾਰੀਆਂ ਭੁੱਖਾਂ ਖਤਮ ਕਰ ਦਿੱਤੀਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਮੈਨੂੰ ਸ਼ਾਂਤੀ ਹੋ ਗਈ ਹੈ, ਮੇਰੇ ਮਨ 'ਚ ਆਨੰਦ ਬਣ ਗਿਆ, ਸੁੱਖ ਆ ਕੇ ਵਸ ਗਿਆ, ਪਰਮ ਸੁੱਖ, ਔਰ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਹਮੇਸ਼ਾ ਹੀ ਗੁਰੂ ਤੋਂ ਕੁਰਬਾਨ ਜਾਈਏ ਜਿਹਦੀਆਂ ਇਹ ਵਡਿਆਈਆਂ ਹੈ, ਜਿਹਨੇ ਇਹ ਸਭ ਇੱਛਾ ਪੂਰੀਆਂ ਕਰੀਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸ਼ਬਦ ਤੋਂ ਪਿਆਰ ਧਰ ਲਓ ਭਾਈ, ਸ਼ਬਦ ਨਾਲ ਪਿਆਰ ਕਰਨ ਲੱਗ ਜਾਓ। ਸਾਚਾ ਨਾਮ ਮੇਰਾ ਆਧਾਰੋ, ਮੇਰਾ ਤਾਂ ਇਹੀ ਆਧਾਰ ਹੈ ਜਿਹੜਾ ਸ਼ਬਦ ਹੈ ਸੱਚਾ। ਵਾਜੇ 5 ਸ਼ਬਦ ਤੇ ਘਰ ਸੁਭਾਗੇ। ਆ ਦੇਖੋ ਆ ਗਈ ਗੱਲ 5 ਸ਼ਬਦਾਂ ਦੀ। ਇਹ 5 ਸ਼ਬਦ ਉਸ ਸੁਭਾਗੇ ਘਰ 'ਚ ਵੱਜਦੇ ਹੈ, ਉਸ ਹਿਰਦੇ 'ਚ ਵੱਜਦੇ ਹੈ, ਉਸ ਸੰਗਤ ਵਿੱਚ ਵੱਜਦੇ ਹੈ, ਸੱਚੀ ਸੰਗਤ ਵਿੱਚ। ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ। ਜਿੱਥੇ ਪਰਮਾਤਮਾ ਕਲਾ ਵਰਤਾਉਂਦਾ ਉਸ ਘਰ ਵਿੱਚ ਇਹ ਸ਼ਬਦ ਵੱਜਦੇ ਹਨ। 5 ਦੂਧ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। 5 ਦੂਤਾਂ ਨੂੰ ਤੈਂ ਵਸ ਵਿੱਚ ਕਰ ਦਿੱਤਾ ਹੈ ਤੇ ਕਾਲ ਦਾ ਜਿਹੜਾ ਕੰਡਾ ਹੈ ਉਹ ਖਤਮ ਕਰ ਦਿੱਤਾ ਹੈ, ਮਾਰ ਦਿੱਤਾ ਹੈ। ਸਾਧ ਸੰਗਤ ਜੀਓ, ਜਿਵੇਂ ਇਹ ਵੀ ਗੱਲ ਗੁਰਬਾਣੀ 'ਚ ਆਉਂਦੀ ਹੈ ਮਿਥਿਹਾਸਕ, ਬਈ ਸਤਜੁਗ ਸਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ। 3 ਯੁੱਗ ਤਿੰਨੋਂ ਦਿੜੇ ਕਲ ਕੇਵਲ ਨਾਮ ਆਧਾਰ। ਵੀ ਸਤਜੁਗ ਦੇ ਵਿੱਚ ਸੱਚ ਬੋਲਦੇ ਸੀ ਲੋਕ, ਸੱਤ ਦਾ ਆਚਰਣ ਕਰਦੇ ਸੀ। ਸਤਜੁਗ ਸਤ, ਤ੍ਰੇਤਾ ਜੱਗੀ, ਤ੍ਰੇਤੇ ਦੇ ਵਿੱਚ ਜੱਗ ਕਰਕੇ ਖੁਸ਼ ਹੁੰਦੇ ਸੀ, ਪ੍ਰਾਪਤੀ ਸਮਝਦੇ ਸੀ ਰੱਬ ਦੀ। ਦੁਆਪਰ ਦੇ ਵਿੱਚ ਪੂਜਾ ਆਚਰਣਾ ਕਰਦੇ ਸੀਗੇ। ਵੀ ਹੁਣ ਕਲਯੁੱਗ ਹੈ, ਇਹਦੇ 'ਚ ਕੇਵਲ ਨਾਮ ਦਾ ਆਸਰਾ ਹੈ। ਇਹ ਗੱਲ ਗੁਰਬਾਣੀ 'ਚ ਆਉਂਦੀ ਹੈ, ਲੇਕਿਨ ਇਹ ਮਿਥਿਹਾਸਕ ਗੱਲ ਹੈ। ਗੁਰੂ ਸਾਹਿਬ ਦੀ ਗੱਲ ਹੋਰ ਹੈ। ਸਭ ਯੁੱਗ ਮੈਂ ਨਾਮ ਉੱਤਮ ਹੋਈ। ਆਪਣਾ ਖਿਆਲ ਉਹਨਾਂ ਦਾ ਇਹ ਹੈ ਵੀ ਸਭ ਯੁੱਗਾਂ 'ਚ ਨਾਮ ਤੋਂ ਬਿਨਾਂ ਕਲਿਆਣ ਨਹੀਂ ਹੋਇਆ ਕਿਸੇ ਦਾ ਵੀ। ਸੋ ਗੁਰਬਾਣੀ ਨੂੰ ਸਮਝਣਾ ਪੈਂਦਾ ਜੇ ਸਮਗਰਤਾ ਹੋਵੇ ਤਾਂ, ਔਰ ਹਰ ਪੱਖ ਤੋਂ ਗਹਿਰਾਈ ਵਿੱਚ ਜਾ ਕੇ। ਇੱਕ ਪਾਸੜ ਖਿਆਲ ਗੁਰਬਾਣੀ 'ਚ ਜੇ ਇੱਕ ਸ਼ਬਦ ਲਵਾਂਗੇ ਆਪਾਂ ਤਾਂ ਬਣ ਜਾਂਦਾ, ਉਹ ਉਸ ਤਰ੍ਹਾਂ ਠੀਕ ਨਹੀਂ ਹੁੰਦਾ। ਜਿਵੇਂ ਮਾਰੂ ਸੋਹਲਿਆਂ ਵਿੱਚ ਜ਼ਿਕਰ ਆਉਂਦਾ ਹੈ, ਮਾਰੂ ਰਾਗ 'ਚ, ਹੁਕਮੇ ਧਰਤੀ ਧੌਲ ਸਿਰ ਭਾਰਨ, ਹੁਕਮੇ ਪੌਣ ਪਾਣੀ ਗਣਾਰਨ, ਹੁਕਮੇ ਧਰਤੀ ਧੌਲ ਸਿਰ ਭਾਰਨ। ਹੁਕਮ ਦੇ ਵਿੱਚ ਹੀ ਆਕਾਸ਼, ਧਰਤੀਆਂ, ਹਵਾ, ਆਕਾਸ਼, ਇਹ ਸਭ ਉਹਦੇ ਹੁਕਮ ਵਿੱਚ ਖੜੇ ਹੈ, ਚੱਲ ਰਹੀ ਹੈ ਹਵਾ। ਲੇਕਿਨ ਔਰ ਹੁਕਮ ਦੇ ਵਿੱਚ ਹੀ ਇਹ ਜਿਹੜਾ ਬਲਦ ਹੈ ਧਰਤੀ ਨੂੰ ਆਪਣੇ ਸਿੰਗਾਂ 'ਤੇ ਚੱਕੀ ਖੜਾ ਹੈ। ਇਹ ਜ਼ਿਕਰ ਆਉਂਦਾ ਗੁਰਬਾਣੀ 'ਚ। ਇਹ ਮਿਥਿਹਾਸ ਹੈ। ਗੁਰੂ ਸਾਹਿਬ ਦਾ ਹੁਕਮ ਇਹ ਨਹੀਂ ਹੈ। ਗੁਰੂ ਸਾਹਿਬ ਦਾ ਹੁਕਮ ਇਹ ਹੈ ਵੀ ਜੇ ਕੋ ਬੁੱਝੇ ਹੋਵੇ ਸਚਿਆਰ ਧਵਲੇ ਉੱਪਰ ਕੀਤਾ ਭਾਰ। ਇਹ ਜਪਜੀ ਸਾਹਿਬ 'ਚ ਸ਼ੁਰੂ ਵਿੱਚ ਇਹ ਖੰਡਨ ਕਰਿਆ ਹੋਇਆ ਇਸ ਗੱਲ ਦਾ ਵੀ ਭਾਈ ਬੁੱਝੋ, ਸਚਿਆਰੇ ਬਣੋ, ਵੀ ਧਰਤੀ ਕਿੱਕਣ ਇੰਨਾ ਭਾਰ ਬਲਦ ਕਿਵੇਂ ਚੱਕ ਸਕਦਾ ਧਰਤੀ ਦਾ। ਧਰਤੀ ਹੋਰ ਪਰੇ, ਹੋਰ ਧਰਤੀਆਂ ਤਾਂ ਹੋਰ ਬਹੁਤ ਹੈ। ਫਿਰ ਸਭ ਦੇ ਹੇਠਾਂ ਹੀ ਬਲਦ ਖੜੇ ਹੋਣਗੇ, ਔਰ ਬਲਦ ਅੱਗੇ ਕੱਛੂ ਗੁੰਮਿਆਂ 'ਤੇ ਖੜੇ ਹੋਣਗੇ। ਇਹ ਨਿਰਮੂਲ ਖਿਆਲ ਹੈ। ਹਾਲਾਂਕਿ ਗੁਰਬਾਣੀ 'ਚ ਵੀ ਆਉਂਦਾ। ਇਹੀ ਗੱਲ ਹੈ ਸਮਝਣ ਵਾਲੀ ਗੁਰਬਾਣੀ। ਇੱਕ ਸ਼ਬਦ ਤੋਂ ਗੁਰਬਾਣੀ ਦੀ ਵਿਆਖਿਆ ਨਹੀਂ ਹੁੰਦੀ, ਟੋਟੈਲਿਟੀ ਵਿੱਚ ਲੈਣਾ ਹੁੰਦਾ।
ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਧੁਰ ਤੋਂ ਹੀ ਜਿਹਦੇ ਮੱਥੇ ਉੱਤੇ ਲੇਖ ਪਾਇਆ ਵਾ ਹੁੰਦਾ ਪਰਮਾਤਮਾ ਨੇ, ਨਾਮ ਦੇ ਨਾਲ ਉਹ ਜੁੜਦੇ ਆ। ਜਿਵੇਂ ਧੰਨ ਗੁਰੂ ਅਮਰਦਾਸ ਜੀ 60 ਸਾਲ ਦੀ ਉਮਰ ਤੱਕ ਯਾਤਰਾਵਾਂ ਕਰਦੇ ਰਹੇ, ਗੰਗਾ ਦੀਆਂ, ਹੋਰ ਕਰਮ ਧਰਮ ਕਰਦੇ ਰਹੇ, ਲੇਕਿਨ ਮੱਥੇ ਦੇ ਉੱਤੇ ਸੀਗਾ ਲੇਖ। ਉਹ ਫੁੱਟਿਆ ਉਦੋਂ ਜਦੋਂ ਧੰਨ ਗੁਰੂ ਅੰਗਦ ਦੇਵ ਜੀ ਦੀ ਸੰਗਤ ਪ੍ਰਾਪਤ ਹੋਈ। ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਉੱਥੇ ਹੀ ਸੁੱਖ ਆਨੰਦ ਬਣਦਾ ਹੈ, ਉਸ ਘਰ ਵਿੱਚ, ਉਸ ਹਿਰਦੇ ਵਿੱਚ, ਉੱਥੇ ਹੀ ਅਨਹਦ ਦਾ ਬਾਜਾ ਵੱਜਦਾ, ਜਿੱਥੇ ਧੁਰ ਕਰਮ ਲਿਖੇ ਹੋਏ ਹੋਣ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ। ਇਹ ਆਨੰਦ ਬਾਣੀ ਸੁਣੋ ਭਾਈ, ਬੜੇ ਭਾਗਾਂ ਵਾਲਿਓ, ਸਾਰੇ ਮਨੋਰਥ ਪੂਰੇ ਹੁੰਦੇ ਆ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਜਦੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਸਾਰੇ ਝੋਰੇ ਖਤਮ ਹੋ ਜਾਂਦੇ, ਚਿੰਤਾਵਾਂ ਖਤਮ ਹੋ ਜਾਂਦੀਆਂ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਦੁੱਖ ਵੀ, ਰੋਗ ਵੀ, ਸੰਤਾਪ ਵੀ ਸਭ ਚਲੇ ਜਾਂਦੇ ਆ ਸੱਚੀ ਬਾਣੀ ਨੂੰ ਸੁਣ ਕੇ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ। ਇਹ ਸਰਸੇ ਸ਼ਬਦ ਜਿਹੜਾ ਸਾਧ ਸੰਗਤ ਜੀ ਬੋਲਿਆ ਜਾਂਦਾ, ਇਹ ਸਰਸੇ ਅਸਲ ਵਿੱਚ ਰਸ ਨਾਲ ਭਰੇ ਹੋਏ। ਅਨਾੜੀ ਲੋਕਾਂ ਨੇ ਇਹਨੂੰ ਸਰਸੇ ਨਾਲ ਵੀ ਜੋੜ ਲਿਆ, ਡੇਰੇ ਨਾਲ। ਚਲੋ ਉਹਨਾਂ ਦੀ ਖਾਮ ਖਿਆਲੀ ਹੈ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ। ਇਹ ਅਵਸਥਾ ਜਿਹੜੀ ਹੈ ਪੂਰੇ ਗੁਰੂ ਤੇ ਜਾਣੀ ਜਾਂਦੀ ਹੈ। ਪਰਮਾਤਮਾ ਕਿਰਪਾ ਕਰਦਾ, ਕਰਮ ਕਰਦਾ ਹੈ ਤੇ ਗੁਰੂ ਨਦਰ ਕਰਦਾ। ਜਦੋਂ ਦੋਨੋਂ ਇਕੱਠੀਆਂ ਹੁੰਦੀਆਂ, ਤਿੰਨ ਕੋ ਨਦਰ ਕਰਮ ਇਕੱਠੀ ਹੋ ਜਾਏ ਜਿਨ੍ਹਾਂ ਨੂੰ, ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਜਿਨ ਕੋ ਨਦਰ ਕਰਮ ਤਿਨ ਕਾਰ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ। ਸੰਤ ਲੋਕ ਉਹ ਪੂਰੇ ਰਸ ਨਾਲ ਭਰ ਜਾਂਦੇ ਆ ਜਦੋਂ ਪੂਰੇ ਗੁਰੂ ਤੇ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਾ ਭਰਪੂਰੇ। ਸੁਣਨੇ ਵਾਲੇ ਪੁਨੀਤ, ਕਹਿਣੇ ਵਾਲੇ ਪਵਿੱਤਰ। ਕਹਿਣ ਵਾਲਿਆਂ ਨਾਲੋਂ ਵੀ ਸੁਣਨੇ ਵਾਲੇ ਜ਼ਿਆਦਾ ਪ੍ਰਾਪਤੀ ਕਰ ਜਾਂਦੇ। ਸਤਿਗੁਰ ਰਹਾ ਭਰਪੂਰੇ। ਸਤਿਗੁਰੂ ਹਰ ਵਕਤ ਅੰਗ ਸੰਗ ਹੈ, ਹਮੇਸ਼ਾ ਹੀ ਭਰਪੂਰ ਹੈ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਗੁਰੂ ਸਾਹਿਬ ਬੇਨਤੀ ਕਰਦੇ ਆ ਬਈ ਗੁਰੂ ਦੇ ਚਰਨ ਲੱਗਣ ਦੇ ਨਾਲ, ਚਰਨਾਂ ਨੂੰ ਛੂਹਣ ਦੇ ਨਾਲ ਅਨਹਦ ਤੂਰੇ ਅੰਦਰ ਵੱਜਣ ਲੱਗ ਪੈਂਦੇ। ਤੂਰੇ ਸਾਧ ਸੰਗਤ ਜੀ, ਤੂਰੇ, ਤੁਰਮ, ਟਰੰਪਟ, ਇਹ ਉਹ ਹੁੰਦੇ ਆ ਜਿਹੜੇ ਖੁਸ਼ੀ ਦੇ ਵਿੱਚ ਵਾਜੇ ਗਾਜੇ ਵੱਜਦੇ। ਜਿਵੇਂ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਵੀ ਮਹਾਰਾਜ ਪ੍ਰਕਾਸ਼ ਖਾਤਰ ਬੀੜ ਸਾਹਿਬ ਆਉਂਦੇ ਆ, ਉਦੋਂ ਅੱਗੇ ਅੱਗੇ ਨਰਸਿੰਘਾ ਵੱਜਦਾ, ਹਾਥੀ ਦੀ ਬੋਲ ਵਰਗੇ ਬੋਲ ਹੁੰਦਾ ਉਹਦਾ। ਇਸੇ ਤਰ੍ਹਾਂ ਤੂਰਾ ਹੈ, ਤੁਰਮ, ਇਹ ਵੀ ਇੱਕ ਸਾਜ਼ ਹੈ। ਇਹ ਵੱਜਦੇ ਆ ਖੁਸ਼ੀ ਦੇ ਗਾਜੇ ਵਾਜੇ। ਜਿਵੇਂ ਰਾਜਿਆਂ ਦੇ ਦਰਾਂ ਤੇ ਵੱਜਦੇ ਸੀ, ਉਸ ਤਰ੍ਹਾਂ ਹੀ ਗੁਰੂ ਰਾਜੇ ਦੇ ਅੱਗੇ ਅੱਗੇ ਵੀ ਇਹ ਵੱਜਦੇ, ਪਰਮਾਤਮਾ ਦੇ ਦਰ ਤੇ ਵੀ ਵੱਜਦੇ। ਮੁੰਦਾਵਣੀ ਮਹਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕਰ ਕਾ ਪਇਓ ਜਿਸ ਕਾ ਸਭ ਆਧਾਰੋ। ਥਾਲ ਦੇ ਵਿੱਚ ਤਿੰਨ ਵਸਤੂਆਂ ਪਾਈਆਂ ਹੋਈਆਂ ਗੁਰੂ ਮਹਾਰਾਜ ਨੇ, ਸਤ, ਸੰਤੋਖ ਔਰ ਨਾਮ। ਇਹ ਤਿੰਨਾਂ ਦੀ ਥਾਲ ਦੇ ਵਿੱਚ ਪਈਆਂ, ਯਾਨੀ ਹਿਰਦੇ ਵਿੱਚ ਰੱਖ ਦਿੰਦਾ ਜਿਹਨੂੰ ਉਹ ਪ੍ਰਾਪਤੀ ਕਰਾਉਂਦਾ। ਸਾਰਾ ਆਧਾਰ ਇਹਨਾਂ ਪਰ ਚੱਲਦਾ, ਦੁਨੀਆ ਦਾ ਆਧਾਰ ਇਹੀ ਹੈ। ਜੇ ਕੋ ਖਾਵੇ ਜੇ ਕੋ ਭੁੰਚੈ ਤਿਸਕਾ ਹੋਏ ਉਧਾਰ। ਜੇ ਕੋਈ ਖਾਂਦਾ ਹੈ, ਭੁੰਚਦਾ ਹੈ, ਚੰਗੀ ਤਰ੍ਹਾਂ ਉਹਨੂੰ ਪਚਾਉਂਦਾ ਹੈ, ਉਹਦਾ ਆਧਾਰ ਹੋ ਜਾਂਦਾ। ਇਹ ਵਸਤ ਜੀ ਨੇ ਜਾਈ ਨਿਤ ਨਿਤ ਰੱਖੋ ਉਧਾਰ। ਇਹ ਜਿਹੜੀ ਵਸਤੂ ਹੈ ਨਾਮ ਵਾਲੀ, ਇਹ ਛੱਡੀ ਨਹੀਂ ਜਾ ਸਕਦੀ ਭਾਈ। ਦਿਨ ਰਾਤ ਇਹਨੂੰ ਅੰਦਰ ਰੱਖੋ, ਇਹਦਾ ਉਚਾਰਨ ਕਰੋ, ਜਪ ਕਰੋ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਤਮ ਮੈਨੇ ਹਨੇਰਾ, ਇਹ ਹਨੇਰੇ ਸੰਸਾਰ ਦੇ ਵਿੱਚ, ਅੰਧਕਾਰ ਵਿੱਚ ਚਰਨਾਂ ਨੂੰ ਲੱਗ ਕੇ ਹੀ ਤਰ ਹੁੰਦਾ ਹੈ। ਸਾਰਾ ਪਸਾਰਾ ਬ੍ਰਹਮ ਦਾ ਹੈ। ਗੁਰੂ ਨਾਨਕ ਸਾਹਿਬ ਯਾਨੀ ਫਰਮਾਉਂਦੇ ਆ ਪੰਜਵੇਂ ਪਾਤਸ਼ਾਹ ਬਈ ਇਹ ਸਾਰਾ ਪਸਾਰਾ ਪਰਮਾਤਮਾ ਦਾ ਹੈ। ਸੰਸਾਰ ਅੰਧਕਾਰ ਹੈ, ਗੁਰੂ ਦੇ ਚਰਨਾਂ ਨਾਲ ਜੁੜ ਕੇ ਪਾਰ ਚਲੇ ਜਾਈਦਾ। ਸ਼ਲੋਕ ਮਹਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ। ਇਹ ਵਾਹਿਗੁਰੂ ਜੀਓ,
ਤੇਰਾ ਕਰਿਆ ਹੋਇਆ ਜਾਣਿਆ ਤਾਂ ਨਹੀਂ ਜਾਂਦਾ ਹੈ, ਪਰ ਮੈਨੂੰ ਤਾਂ ਉਹਦੇ ਯੋਗ ਬਣਾ ਦਿੱਤਾ ਜਾਣਨ ਖਾਤਰ, ਤੇਰੀ ਕਿਰਪਾ ਹੈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਈ ਹੋਈ। ਮੈਂ ਤਾਂ ਨਿਰਗੁਣਿਆਰਾ ਸੀਗਾ, ਤੈਂ ਗੁਣ ਪਾ ਦਿੱਤੇ ਹੈ, ਤੈਂ ਤਰਸ ਕਰਿਆ। ਤੇਰੇ ਤਰਸ ਨਾਲ ਮੈਨੂੰ ਤੇਰੀ ਪ੍ਰਾਪਤੀ ਹੋਈ ਹੈ, ਨਾ ਕਿ ਮੇਰੇ ਆਪਣੇ ਮਿਹਨਤ ਨਾਲ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਜਦੋਂ ਤੈਂ ਤਰਸ ਕਰਿਆ, ਤੇਰੀ ਮਿਹਰ ਹੋਈ, ਕਿਰਪਾ ਹੋਈ, ਫੇਰ ਮੈਨੂੰ ਸਤਿਗੁਰ ਸੱਜਣ ਦੀ ਪ੍ਰਾਪਤੀ ਹੋਈ। ਸਾਧ ਸੰਗਤ ਜੀ, ਉਹ ਅੱਗੇ ਬਹੁਤ ਵਾਰੀ ਵਿਚਾਰ ਹੋ ਲਈ ਹੈ ਬਈ ਜਿਹੜਾ ਸਤਿਗੁਰੂ ਦਾ ਮਿਲਣਾ ਇਹ ਬਹੁਤ ਦੁਰਲੱਭ ਐਕਸ਼ਨ ਹੈ। ਸਤਿਗੁਰੂ ਦੇ ਕੋਲ ਆਉਣਾ ਜਾਣਾ ਹੋਰ ਚੀਜ਼ ਹੈ, ਅੱਛੀ ਗੱਲ ਹੈ, ਲੇਕਿਨ ਹੋਰ ਚੀਜ਼ ਹੈ। ਪਰ ਸਤਿਗੁਰੂ ਦੀ ਪ੍ਰਾਪਤੀ ਤਾਂ ਬਹੁਤ ਦੁਰਲੱਭ ਚੀਜ਼ ਹੈ। ਇਹ ਤਾਂ ਬਹੁਤ, ਜਿਹਦੇ ਪਰ ਪੂਰੀ ਕਿਰਪਾ ਹੋਵੇ ਉਹਨੂੰ ਸਤਿਗੁਰੂ ਮਿਲਦਾ, ਉਸੇ ਨੂੰ ਸੰਗਤ ਮਿਲਦੀ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਜੇ ਨਾਮ ਮਿਲਦਾ ਹੈ ਤਾਂ ਮੈਂ ਜਿਉਣਾ ਹੈ, ਮੇਰਾ ਮਨ ਤਨ ਹਰਿਆ ਹੋ ਜਾਂਦਾ। ਪੌੜੀ। ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੀਂ। ਉਹ ਜਗ੍ਹਾ ਜਿੱਥੇ ਕੋਈ ਵੀ ਆਪਣਾ ਸਾਥ ਨਹੀਂ ਦਿੰਦਾ, ਉੱਥੇ ਵੀ ਤੂੰ ਸਮਰੱਥ ਹੈ। ਉਹ ਰਸਤਾ ਭਿਆਨਕ ਜਮਾਂ ਵਾਲਾ ਜਦੋਂ ਲੈ ਕੇ ਜਾਂਦੇ ਆ, ਬੈਤਰਨੀ ਨਦੀ ਨੂੰ ਪਾਰ ਕਰਨਾ ਪੈਂਦਾ ਹਿੰਦੂ ਧਰਮ ਦੇ ਅਨੁਸਾਰ। ਉਹ ਰਸਤਾ ਬਹੁਤ ਭਿਆਨਕ ਹੈ। ਉਹਨੂੰ ਪਾਰ ਕਰਨ ਖਾਤਰ ਨਾਮ ਦਾ ਸਹਾਰਾ ਹੈ, ਹੋਰ ਕੋਈ ਕਰਮ ਧਰਮ ਨਾਲ ਨਹੀਂ ਜਾਂਦਾ। ਉੱਥੇ ਤੇਰੀ ਰੱਖ ਅਗਨੀ ਉਦਰਮਾ ਹੈ। ਫਿਰ ਜਿੱਥੇ ਤੂੰ ਬੱਚਾ ਜਦੋਂ ਪੇਟ 'ਚ ਹੁੰਦਾ ਹੈ, ਉਹ ਅਜਿਹੀ ਅਗਨੀ ਦੇ ਵਿੱਚ ਰੱਖਿਆ ਕਰਦਾ। ਪੇਟ ਦੇ ਵਿੱਚ ਬਹੁਤ ਜਠਰਾਗਨ ਹੁੰਦੀ ਹੈ, ਅਗਨੀ ਹੁੰਦੀ ਹੈ, ਉੱਥੇ ਵੀ ਉਹ ਰੱਖਿਆ ਕਰਦਾ ਜਦੋਂ ਪੁੱਠਾ ਲਟਕਦਾ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ। ਤੇਰਾ ਨਾਮ ਸੁਣ ਕੇ ਜਮਦੂਤ ਵੀ ਛੱਡ ਕੇ ਲੰਘ ਜਾਂਦੇ, ਜਿਵੇਂ ਨਾਰਾਇਣ ਕਹਿਣ ਤੇ ਛੱਡ ਕੇ ਚਲੇ ਗਏ ਸੀ। ਭੌਜਲ ਬਿਖਮ ਅਸਗਾਹ, ਗੁਰ ਸ਼ਬਦੀ ਪਾਰ ਪਾਏ। ਉਹ ਜਿਹੜਾ ਭੌਜਲ ਹੈ ਬਹੁਤ ਬਿਖਮ ਹੈ, ਅਸਗਾਹ ਹੈ, ਜਿਹਦਾ ਕੋਈ ਥਾਂ ਨਹੀਂ ਹੈ, ਉਹ ਗੁਰੂ ਦੇ ਸ਼ਬਦ ਨਾਲ ਪਾਰ ਪਾਇਆ ਜਾਂਦਾ ਹੈ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ। ਜਿਨ੍ਹਾਂ ਨੂੰ ਪਿਆਸ ਲੱਗਦੀ ਹੈ, ਤੂੰ ਲਗਾਉਣਾ ਹੈ, ਉਹੀ ਇਸ ਅੰਮ੍ਰਿਤ ਨੂੰ ਚੱਖਦੇ ਹੈ, ਨਾਮ ਨੂੰ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਕਾ ਹੈ। ਸਭ ਤੋਂ ਵੱਡਾ ਪੁੰਨ ਇਹ ਹੈ ਕਲਯੁਗ ਦੇ ਵਿੱਚ ਵੀ ਗੁਣ ਗਾਈਏ ਗੋਬਿੰਦ ਦੇ, ਨਾ ਕਿ ਕਰਮ ਧਰਮ ਦੇ ਮਗਰ ਜਾਈਏ, ਯੱਗਾਂ ਦੇ ਮਗਰ ਜਾਈਏ। ਸਭ ਸੈ ਨੋ ਕਿਰਪਾਲ, ਸੰਭਾਲੇ ਸਾਹ ਸਾਹ। ਸਭਨਾਂ ਦੇ ਉੱਪਰ ਉਹਦੀ ਕਿਰਪਾ ਵਸਦੀ ਹੈ। ਉਹ ਕਿਰਪਾਲੂ ਹੈ, ਦਿਆਲੂ ਹੈ, ਸਾਨੂੰ ਹਰ ਇੱਕ ਸਾਹ ਦੇ ਨਾਲ ਉਹ ਸੰਭਾਲਦਾ। ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਹੇ। ਜਿਹੜਾ ਵੀ ਤੇਰੇ ਪਾਸੇ ਆ ਗਿਆ ਹੈ ਵਾਹਿਗੁਰੂ ਜੀ, ਉਹ ਕੋਈ ਬਿਰਥਾ ਨਹੀਂ ਜਾਂਦਾ, ਉਹਨੂੰ ਤੂੰ ਸੰਭਾਲ। ਸ਼ਲੋਕ ਮਹਲਾ ਪੰਜਵਾਂ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਅੰਦਰ ਤੋਂ ਗੁਰੂ ਨੂੰ ਆਰਾਧਨਾ ਹੈ, ਜੀਵ ਦੇ ਨਾਲ ਗੁਰੂ ਦਾ ਨਾਮ ਜਪਣਾ ਹੈ। ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ। ਅੱਖਾਂ ਨਾਲ ਵੀ ਸਤਿਗੁਰੂ ਨੂੰ ਦੇ ਦਰਸ਼ਨ ਕਰਨੇ, ਔਰ ਕੰਨਾਂ ਦੇ ਨਾਲ ਵੀ ਉਹਦਾ ਨਾਮ ਸੁਣਨਾ ਹੈ। ਯਾਨੀ ਹਰ ਵਕਤ 24 ਘੰਟੇ ਅੱਠੇ ਪਹਿਰ ਗੁਰੂ ਦਾ ਬਣਨਾ। ਬਿਨ ਗੁਰ ਹੋਰ ਧਿਆਨ ਹੈ, ਸਭ ਦੂਜਾ ਭਉ। ਭਾਈ ਗੁਰਦਾਸ ਜੀ। ਗੁਰੂ ਤੋਂ ਬਿਨਾਂ ਨਾ ਸੁਣਨਾ, ਨਾ ਦੇਖਣਾ, ਨਾ ਜਪਣਾ, ਹੋਰ ਕੋਈ ਜਾਪ ਨਹੀਂ ਕਰਨਾ। ਸਤਿਗੁਰ ਸੇਤੀ ਰਤਿਆਂ, ਦਰਗਾਹ ਪਾਈਏ ਠਾਉ। ਜਿਹੜਾ ਸਤਿਗੁਰੂ ਨਾਲ ਰਤਿਆ ਗਿਆ, ਉਹਨੂੰ ਦਰਗਾਹ 'ਚ ਜਗ੍ਹਾ ਮਿਲ ਜਾਂਦੀ। ਕਹੋ ਨਾਨਕ ਕਿਰਪਾ ਕਰੇ, ਜਿਸਨੋ ਇਹ ਵਰਤੇ। ਜਗ ਮੈਂ ਉੱਤਮ ਕਾਂਢੀਐ, ਵਿਰਲੇ ਕਈ। ਜਿਹਨੂੰ ਉਹ ਕਿਰਪਾ ਕਰਦਾ ਹੈ, ਉਹਨੂੰ ਇਹ ਅਵਸਥਾ ਪ੍ਰਾਪਤ ਹੁੰਦੀ, ਉਹਨੂੰ ਇਹ ਵਸਤੂ ਪ੍ਰਾਪਤ ਹੋ ਜਾਂਦੀ ਹੈ ਨਾਮ ਵਾਲੀ। ਔਰ ਇਹ ਜਿਹੇ ਜਗਤ ਵਿੱਚ ਬਹੁਤ ਵਿਰਲੇ ਕਹੇ ਜਾਂਦੇ ਆ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ। ਇਹ ਸ਼ਬਦ ਕਾਂਢੀਐ ਲਿਖਿਆ ਵਾ ਤਾਂ ਕਾਢੀ ਹੈ, ਪਰ ਬਿੰਦੀ ਲਗਾਉਣੀ ਹੈ। ਕਾਂਢੀਐ ਦਾ ਮਤਲਬ ਹੈ ਕਹੇ ਜਾਂਦੇ ਹਨ। ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ, ਆਪ ਉਵਾਰਿਅਨ। ਗੁਰ ਕੀ ਪੈਰੀ ਪਾਏ, ਕਾਜ ਸਵਾਰਿਆ। ਉਹ ਰੱਖਣ ਵਾਲਾ ਆਪੇ ਸਾਨੂੰ ਕੱਢਦਾ ਇਸ ਭਵਜਲ ਚੋਂ, ਗੁਰੂ ਦੀ ਪੈਰਾਂ ਨੂੰ ਪਾ ਦਿੰਦਾ, ਸਾਨੂੰ ਗੁਰੂ ਨੂੰ ਮਿਲਾ ਦਿੰਦਾ, ਭੇਂਟ ਕਰਾ ਦਿੰਦਾ। ਸਾਰੇ ਕਾਰਜ ਸਾਡੇ ਸਵਾਰੇ ਜਾਂਦੇ ਜਦੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਹੋਆ ਆਪ ਦਇਆਲ, ਮਨੋ ਨਾ ਵਿਸਾਰਿਆ। ਜਦੋਂ ਦਿਆਲੂ ਸਾਡੇ ਉੱਤੇ ਦਇਆ ਕਰਦਾ, ਫਿਰ ਸਾਡੇ ਮਨੋਂ ਉਹ ਵਿਸਰਦਾ ਨਹੀਂ। ਸਾਧ ਜਨਾ ਕੈ ਸੰਗ ਭਵਜਲ ਤਾਰਿਆ। ਇਹ ਭਵਜਲ ਜਿਹੜਾ ਦੁਨੀਆ ਵਾਲਾ ਹੈ, ਵਿਕਾਰਾਂ ਵਾਲਾ ਹੈ, ਇਹ ਸਿਰਫ ਸਾਧੂ ਜਨਾਂ ਦੇ ਗੁਰੂ ਦੇ ਸੰਗ ਲੱਗ ਕੇ ਹੀ ਤਰਿਆ ਜਾ ਸਕਦਾ।
ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਵਧਾਰੇ। ਸਾਰੇ ਸਾਕਤਾਂ ਨੂੰ, ਨਿੰਦਕਾਂ ਨੂੰ, ਦੁਸ਼ਟਾਂ ਨੂੰ ਇੱਕ ਖਿਨ ਵਿੱਚ ਮਾਰ ਦਿੰਦਾ, ਪਾਸੇ ਹਟਾ ਦਿੰਦਾ। ਇਹਦੇ ਵਿੱਚ ਅੰਦਰਲੇ ਵੀ ਸ਼ਾਮਲ ਹੈ ਜਿਹੜੇ ਵਿਕਾਰ ਹੈ, ਔਰ ਬਾਹਰਲੇ ਦੁਸ਼ਮਣ ਵੀ ਸ਼ਾਮਲ ਹੈ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਉਸ ਸਾਹਿਬ ਦੀ ਟੇਕ ਫਰਮਾਉਣੇ ਪਾਤਸ਼ਾਹ ਪੰਚਮ ਨਾਨਕ ਵੀ ਸਾਡੇ ਮਨ 'ਚ ਉਹਦੀ ਟੇਕ ਹੈ। ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾ। ਜਿਹਨੂੰ ਸਿਮਰਨ ਕਰਨ ਦੇ ਨਾਲ ਸੁੱਖ ਦੀ, ਪਰਮ ਸੁੱਖ ਦੀ, ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਸਾਰੇ ਹੀ ਦੁੱਖ ਚਲੇ ਜਾਂਦੇ ਨੇ। ਤੋ ਸਾਧ ਸੰਗਤ ਜੀ, ਉਹ ਰਹਿ ਰਾਸ ਦਾ ਬਾਕੀ ਦਾ ਹਿੱਸਾ ਅੱਜ ਆਪਾਂ ਨੇ ਵਿਚਾਰ ਕਰੀਏ। ਥੋੜ੍ਹੀ ਜਿਹੀ ਵਿਚਾਰ ਇਹਦੇ ਨਾਲ ਹੋਰ ਕਰਨੀ ਹੈ। ਗੁਰੂ ਬਾਣੀ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ। ਜਿੰਨਾ ਚਿਰ ਸਾਨੂੰ ਗੁਰੂ ਕਿਰਪਾ ਨਹੀਂ ਕਰਦਾ, ਗੁਰਬਾਣੀ ਦੀ ਬਖਸ਼ਿਸ਼ ਨਹੀਂ ਹੁੰਦੀ। ਦੇਖੋ, ਗੁਰੂ ਬਾਣੀ ਪੜ੍ਹਨੀ, ਸੁਣਨੀ, ਵਿਚਾਰਨੀ ਬਹੁਤ ਉੱਤਮ ਕਰਮ ਹੈ, ਪਰ ਇੱਥੇ ਹੀ ਖੜ ਜਾਣਾ ਵੀ ਹੁਣ ਮੈਨੂੰ ਸਾਰੀ ਕੋਈ ਪ੍ਰਾਪਤੀ ਹੋਊਗੀ, ਇਸ ਤਰ੍ਹਾਂ ਦੀ ਬਾਤ ਨਹੀਂ ਹੈ। ਗੁਰਬਾਣੀ ਗੁਰੂ ਦੇ ਰੂਪ ਵਿੱਚ ਬਖਸ਼ਿਸ਼ ਕਰਦੀ ਹੈ, ਜਿਹਦੇ ਉੱਤੇ ਕਰਦੀ ਹੈ ਉਹਨਾਂ ਦੇ ਹਿਰਦੇ 'ਚ ਨਾਮ ਪੈਦਾ ਹੁੰਦਾ। ਬਖਸ਼ਿਸ਼ ਦਾ ਜਿਹੜਾ ਕਨਸੈਪਟ ਹੈ ਇਹ ਬਹੁਤ ਗਹਿਰਾ ਹੈ ਗੁਰਬਾਣੀ 'ਚ। ਪੜ੍ਹਨਾ ਸੁਣਨਾ ਗੁਰਬਾਣੀ ਦਾ, ਇਹ ਤਾਂ ਕਰਮ ਧਰਮ ਵਿੱਚ ਆ ਜਾਂਦੀ ਹੈ। ਜਿੰਨਾ ਚਿਰ ਕਿਰਪਾ ਨਹੀਂ ਨਾ ਗੁਰਬਾਣੀ ਸਾਡੇ ਉੱਤੇ ਕਰਦੀ, ਬਖਸ਼ਿਸ਼ ਨਹੀਂ ਕਰਦੀ ਗੁਰੂ ਦੇ ਰੂਪ 'ਚ, ਪ੍ਰਾਪਤੀ ਹੋਣ ਦਾ ਸਵਾਲ ਹੀ ਨਹੀਂ ਹੈ। ਭਾਵੇਂ ਕੁਛ ਨਾ ਕੁਛ ਸਾਡੀ ਸਿਹਤ ਬਣ ਜੂਗੀ, ਸਾਨੂੰ ਦਸ਼ਾ ਠੀਕ ਹੋ ਜੂਗੀ, ਪਰ ਜਿਹੜੀ ਦਿਸ਼ਾ ਬਦਲਣੀ ਹੈ ਨਾ ਮਨ ਦੀ, ਏਕੇ ਵੱਲ ਨੂੰ, ਡੁਐਲਿਟੀ 'ਚੋਂ ਕੱਢਣਾ ਹੈ, ਉਹ ਬਿਨਾਂ ਕਿਰਪਾ ਤੋਂ ਨਹੀਂ ਹੁੰਦਾ। ਇਸੇ ਕਰਕੇ ਦੇਖਿਆ ਜਾਂਦਾ ਵੀ ਸਿੱਖ ਜਗਤ ਦੇ ਵਿੱਚ ਪਠਨ ਪਾਠਨ ਬਹੁਤ ਹੋ ਰਿਹਾ, ਲੜੀਆਂ ਵੀ ਚੱਲ ਰਹੀਆਂ, ਰੋਜ਼ ਜਗ੍ਹਾ ਜਗ੍ਹਾ ਕੀਰਤਨ ਹੋ ਰਹੇ हैं, ਲੇਕਿਨ ਦਿਸ਼ਾ ਬਦਲ ਨਹੀਂ ਰਹੀ। ਕਾਰਨ ਕੀ ਹੈ? ਸਿੱਖ ਕਿਉਂ ਮੜੀਆਂ 'ਚ ਫਿਰਦਾ, ਦੀਵੇ ਬਾਲਦਾ, ਕਿਉਂ ਜੋਤਸ਼ੀਆਂ ਦੇ ਨਗ ਪਾਉਂਦਾ ਫਿਰਦਾ ਹੈ, ਕਿਉਂ ਮਨੌਤਾਂ ਕਰਦਾ ਸੋਮਵਾਰ ਮੰਗਲਵਾਰ ਦੀਆਂ, ਇਕਾਦਸ਼ੀ ਦੀਆਂ ਔਰ ਪੂਰਨਮਾਸ਼ੀ ਦੀਆਂ, ਹੋਰ ਪਤਾ ਨਹੀਂ ਕਿਆ ਕਿਆ ਕਰਦਾ, ਜਠੇਰਿਆਂ ਦੀ ਪੂਜਾ ਕਰਦਾ ਹੈ। ਉਹ ਇਸੇ ਕਰਕੇ ਵੀ ਉਹ ਜਿਹੜੀ ਸਾਡੀ ਡਾਇਰੈਕਸ਼ਨ ਹੈ, ਦਿਸ਼ਾ ਹੈ, ਉਹ ਨਹੀਂ ਬਦਲ ਰਹੀ, ਉਹ ਕਿਰਪਾ ਬਿਨਾਂ ਨਹੀਂ ਬਦਲਦੀ। तो गुरबाणी पढ़नी, सुननी, विचारनी बड़े अच्छे कर्म है, उत्तम कर्म है, पर इन्हां तो बाद विच फिर जे किरपा हो जाए गुरबाणी दी, फिर मन की दिशा बदलती है, नहीं तो नहीं बदलती। ये साडी विडंबना है भी असीं उत्थे ही बैठ जाने भी असीं तां जी हुण बस बाणी पढ़ते हैं, सुनते हैं, अमृतधारी भी हो गए, अच्छी गल कर ली है, पर ये एक कदम है उस रस्ते का। असली गल है उहदी किरपा वरसन दी, किरपा बिना कुछ प्राप्ति हुंदी नहीं। साध संगत जी, गुरबाणी नूं समझण खातर आपां इहनूं तीन हिस्सिਆਂ 'ਚ लईए, ਊੜਾ ਆੜਾ ਈੜੀ ਮੰਨੀਏ। देखो, ਊੜਾ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਐਨਾਲਿਸਿਸ ਹੈ, ਆੜੇ ਦੇ ਵਿੱਚ ਨੇਚਰ, ਕੁਦਰਤ, ਬ੍ਰਹਿਮੰਡ ਦਾ ਵਿਸ਼ਲੇਸ਼ਣ, ਤੇ ਈੜੀ ਨਿਰੰਕਾਰ ਦੀ ਵਿਆਖਿਆ ਹੈ। ਇਹਨਾਂ ਤਿੰਨਾਂ ਦੀ ਜੇ ਆਪਾਂ ਥੋੜ੍ਹੀ ਵਿਚਾਰ ਕਰ ਲਈਏ ਤਾਂ ਗੁਰਬਾਣੀ ਦੀ ਸਮਝ ਆ ਸਕਦੀ ਹੈ, ਉਹ ਵੀ ਤਾਂ ਜੇ ਉਹਦੀ ਕਿਰਪਾ ਹੋਊ। किरपा तो बिना नहीं है कुछ भी। ये फिर एक बार तो दोहराई जाए बात भी, गुरबाणी अनुसार बंदे दे जिहड़े कर्म धर्म है उन्हां दे उत्ते परमात्मा दा मिलना निश्चित नहीं है, भावें किन्ने भी कर लवे। जिवें घाल ना मिलियो, सेब ना मिलियो, मिलियो आए अचिंता, ये उहदी बख्शिश है जे उहदा मिलाप होना है। साडे कर्मां ते डिपेंड नहीं करदी ये गल, भावें कि कर्म भी करने, तुरना तो है उधर नूं, चरण सरन गुरेग पिंडा जाए चल, सतगुर कोट पिंडा आगे होए ले। तुरना जरूर है, कर्म धर्म करना है, गुरु दे नां दे उत्ते करना है, दूजा नहीं जिहड़ा पहलां चले आ रहा है। संगत दी सेवा यही कर्म धर्म है, ये करना है, पर इस तो बाद फिर गुरु दी बख्शिश भी उडीकनी है। वो तदे होएगी जे गुरु साडी मैं तोड़ूगा। ਅਸੀਂ ਚਾਹੁੰਦੇ ਵੀ ਮੈਂ ਵੀ ਸਾਡੀ ਰਹਿ ਜਾਏ ਤੇ ਗੁਰੂ ਵੀ ਪ੍ਰਾਪਤ ਹੋ ਜਾਏ ਸਾਨੂੰ, ਜਾਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ। ਇਸ ਤਰ੍ਹਾਂ ਨਹੀਂ ਹੁੰਦਾ। ਹੁਣ ਜਿਹੜਾ ਊੜਾ ਆਪਾਂ ਨੇ ਮੰਨਿਆ, ਜ਼ਿੰਦਗੀ ਅਤੇ ਮੌਤ ਆਦਿ ਦੀ ਐਨਾਲਿਸਿਸ ਕਰਦੀ ਹੈ ਗੁਰਬਾਣੀ, ਔਰ ਆੜੇ ਦੇ ਵਿੱਚ ਨੇਚਰ, ਕੁਦਰਤ, ਬ੍ਰਹਿਮੰਡ ਦਾ ਵਿਸ਼ਲੇਸ਼ਣ ਕਰਦੀ ਹੈ। ਇਹ ਸਾਇੰਟੀਫਿਕ ਨਿਯਮ ਇਹਦੇ ਉੱਤੇ ਲਾਗੂ ਹੁੰਦੇ। ਇਹ ਚੀਜ਼ ਨੂੰ ਆਪਾਂ ਨੇ ਬਹੁਤ ਗਹਿਰਾਈ 'ਚ ਵਿਚਾਰਨਾ ਹੈ। ਜਿਹੜੇ ਸਾਇੰਸ ਦੇ ਨਿਯਮ ਹੈ
ਉਹ ਊੜੇ ਆੜੇ ਦੇ ਉੱਤੇ ਲਾਗੂ ਹੁੰਦੇ। ਲੇਕਿਨ ਜਿਹੜਾ ਈ ਭਾਗ ਹੈ, ਊੜਾ ਆੜਾ ਈ ਦੇ ਵਿੱਚ ਨਿਰੰਕਾਰ ਦੀ ਵਿਆਖਿਆ, ਉੱਥੇ ਸਾਇੰਟੀਫਿਕ ਨਿਯਮ ਕੋਈ ਨਹੀਂ ਲੱਗਦਾ ਹੈ, ਉੱਥੇ ਫਿਰ ਗੜਬੜ ਹੁੰਦੀ ਹੈ। ਕੁਛ ਭਰਾ ਸਾਇੰਸ ਨੂੰ ਲੈ ਕੇ ਚੱਲਦੇ ਆ, ਸਾਰੀ ਗੁਰਬਾਣੀ ਨੂੰ ਸਾਇੰਟੀਫਿਕ ਤਰੀਕੇ ਤੋਂ ਵਿਆਖਿਆ ਕਰਨ ਲੱਗੇ ਹੋਏ, ਚਾਹੇ ਖਿੱਚ ਖੁੱਚ ਕੇ ਕਰਦੇ ਨੇ। ਕੁਛ ਲੋਕ ਅੰਧ ਵਿਸ਼ਵਾਸ 'ਚ ਮਿਥਿਆਸ ਨੂੰ ਹੀ ਅਸਲੀ ਮੰਨੀ ਬੈਠੇ ਆ। ਉਹ ਜਿਹੜੇ ਮਿਥਿਆਸ ਨੂੰ ਅੰਧ ਵਿਸ਼ਵਾਸ 'ਚ ਲਈ ਬੈਠੇ, ਉਹਨਾਂ ਵਾਸਤੇ ਗੁਰਬਾਣੀ ਦਾ ਊੜਾ ਆੜਾ ਹੈ, ਜਿਹਦੇ ਵਿੱਚ ਪੂਰੀ ਐਨਾਲਿਸਿਸ ਕਰੀ ਜਾਂਦੀ ਹੈ, ਕੁਦਰਤ ਦੀ ਵੀ, ਜ਼ਿੰਦਗੀ ਦੀ ਵੀ, ਮੌਤ ਦੀ ਵੀ। ਇਹਨੂੰ ਥੋੜ੍ਹਾ ਜਿਹਾ ਵਿਚਾਰੀਏ। ਊੜਾ ਦਰਖਤ ਦਾ ਫੈਲਾਅ ਹੁੰਦਾ, ਜਿਵੇਂ ਟਾਹਣੀ, ਪੱਤੇ, ਫਲ ਫੁੱਲ ਆਦਿ ਲੱਗੇ ਹੋਏ ਹੁੰਦੇ ਆ। ਇਸੇ ਤਰ੍ਹਾਂ ਇਹ ਧਰਮ ਦਾ ਜਿੰਨਾ ਵੀ ਆਪਾਂ ਕਰਮ ਧਰਮ ਕਰਦੇ ਹਾਂ, ਇਹ ਊੜੇ 'ਚ ਆਉਂਦਾ। ਇਹਨੂੰ ਸਾਇੰਟੀਫਿਕ ਲਾਈਨ 'ਤੇ ਗੁਰਬਾਣੀ ਨੇ ਵਿਚਾਰਿਆ ਹੋਇਆ, ਔਰ ਸਾਇੰਸ ਦੀ ਜਿਹੜੀ ਖੋਜ ਹੈ ਉਹਦੇ ਮੁਤਾਬਕ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਗੁਰਬਾਣੀ ਨੂੰ, ਊੜੇ 'ਚ ਵੀ ਤੇ ਆੜੇ 'ਚ ਵੀ। ਲੇਕਿਨ ਜਿਹੜੀ ਈੜੀ ਹੈ, ਉਹਦੇ ਉੱਤੇ ਵਿਗਿਆਨਕ ਸੋਚ ਜਿਹੜਾ ਬੰਦਾ ਟੇਕ ਰੱਖਦਾ ਹੈ, ਉਹ ਗੁਰਬਾਣੀ ਨੂੰ ਸਮਝ ਨਹੀਂ ਸਕਦਾ। ਕਿਉਂਕਿ ਜਿਹੜਾ ਧਰਮ ਹੈ ਜਾਂ ਪਰਮਾਤਮਾ ਹੈ, ਅਸਲ 'ਚ ਰੱਬ ਦਾ ਨਾਮ ਜਪਣਾ ਹੀ ਧਰਮ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵਾਹਿਗੁਰੂ। ਇਹ ਵਿਗਿਆਨਕ ਟੇਕ ਲੈ ਕੇ ਜਿਹੜਾ ਬੰਦਾ ਇਹਨੂੰ ਐਕਸਪਲੇਨ ਕਰੂਗਾ ਜਾਂ ਸਮਝਣ ਦੀ ਕੋਸ਼ਿਸ਼ ਕਰੂਗਾ ਗੁਰਬਾਣੀ ਨੂੰ, ਧਰਮ ਨੂੰ, ਉਹ ਨਹੀਂ ਪ੍ਰਾਪਤੀ ਕਰ ਸਕਦਾ। ਕਿਉਂਕਿ ਸਾਇੰਸ ਨੇ ਤਾਂ ਕਹਿਣਾ ਹੈ ਵੀ ਹਰ ਚੀਜ਼ ਦਾ ਕੋਈ ਨਾ ਕੋਈ ਨਿਯਮ ਹੈ, ਪਹਿਲਾਂ ਉਹਨੂੰ ਪਰਖਣਾ ਹੈ ਤਾਂ ਮੰਨਣਾ ਹੈ। ਧਰਮ ਵਿੱਚ ਰੱਬ ਦੇ ਪ੍ਰਤੀ ਐਸਾ ਨਹੀਂ ਹੈ। ਕੇਨਾ ਉਪਨਿਸ਼ਦ ਵਿੱਚ ਜੇਕਰ ਆਉਂਦਾ ਹੈ, ਦਾ ਵੇ ਟੂ ਗੋਡ ਇਜ਼ ਫੇਥ ਨਾਟ ਨੌਲੇਜ। ਰੱਬ ਨੂੰ ਪ੍ਰਾਪਤੀ ਦਾ ਰਸਤਾ ਵਿਸ਼ਵਾਸ ਹੈ, ਗਿਆਨ ਨਹੀਂ ਹੈ, ਨੌਲੇਜ ਨਹੀਂ ਹੈ। ਤੋ ਜਿਹੜਾ ਧਰਮ ਹੈ, ਉਹਨੂੰ ਆਪਾਂ ਨੇ ਧਰਮ ਦਾ ਜਿਹੜਾ ਬਾਹਲਾ ਹਿੱਸਾ ਹੈ, ਜਿਹੜਾ ਆਪਾਂ ਦੇਖ ਰਹੇ ਹਾਂ ਰੋਜ਼ ਕਰਮ ਧਰਮ ਜਿਵੇਂ ਕਰਦੇ ਹਾਂ, ਉਹਦੇ ਉੱਤੇ ਤਾਂ ਸਾਇੰਟੀਫਿਕ ਨਿਯਮ ਲਾਗੂ ਹੁੰਦੇ। ਪਰ ਜਿਹੜੀ ਡਿਵਿਨਿਟੀ ਹੈ, ਸਪਿਰਿਚੁਅਲਿਟੀ ਹੈ, ਅਸਲੀ ਧਰਮ ਹੈ, ਰੱਬ ਦਾ ਜਿਹੜਾ ਨਾਮ ਹੈ ਜਾਂ ਰੱਬ ਹੈ ਜੋ ਵੀ ਹੈ, ਉਹਨੂੰ ਸਮਝਣ ਖਾਤਰ ਸਾਨੂੰ ਸਾਇੰਸ ਦੀ ਟੇਕ ਨਹੀਂ ਲੈਣੀ ਪੈਂਦੀ। ਜੇ ਸਾਇੰਸ ਦੀ ਟੇਕ ਲਓਗੇ ਤਾਂ ਭਟਕ ਜਾਓਗੇ, ਕਿਉਂਕਿ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ। ਸਾਇੰਸ ਨੇ ਮੰਨਣੀ ਹੋਣੀ ਇਹ ਗੱਲ ਵੀ ਸਾਸਾਂ ਬਿਨਾਂ ਕੋਈ ਜਿਉਂਦਾ ਰਹੂਗਾ, ਲੇਕਿਨ ਗੁਰੂ ਸਾਹਿਬ ਫਰਮਾ ਰਹੇ ਤਾਂ ਉਹ ਸਮਝਣ ਖਾਤਰ ਸਾਨੂੰ ਵਿਸ਼ਵਾਸ ਹੋਣਾ, ਭਰੋਸਾ ਹੋਣਾ ਬਹੁਤ ਜ਼ਰੂਰੀ ਹੈ। ਧਰਮ ਦਾ ਜਿਹੜਾ ਸਾਡਾ ਸਰੋਕਾਰ ਹੈ, ਪਰਮਾਤਮਾ ਦਾ ਸਰੋਕਾਰ ਜਿਹੜਾ ਹੈ, ਉਹ ਵਿਸ਼ਵਾਸ ਔਰ ਅਨੁਭਵ ਦੋਨਾਂ ਤੇ ਟਿਕਿਆ ਹੋਇਆ। ਬੱਚੇ ਨੂੰ ਆਪਾਂ ਸਿਖਾਉਂਦੇ ਹਾਂ, ਕਹੋ ਮੰਮੀ, ਕਹੋ ਡੈਡੀ, ਉਹ ਕਹਿੰਦਾ। ਉਹਨੂੰ ਹਾਲਾਂਕਿ 10-12 ਸਾਲ ਕੋਈ ਸੋਝ ਨਹੀਂ ਹੁੰਦੀ ਵੀ ਇਹਦਾ ਮਤਲਬ ਕਿਆ ਹੈ। ਬਾਅਦ ਵਿੱਚ ਬੜਾ ਹੋ ਕੇ ਪਤਾ ਚੱਲਦਾ ਵੀ ਮੰਮੀ ਡੈਡੀ ਦਾ ਮਤਲਬ ਕਿਆ ਹੈ। ਸੋ ਭਰੋਸਾ ਕਰਨਾ ਜਿਹੜਾ ਧਰਮ ਦੇ ਵਿੱਚ, ਜਿਹਨੂੰ ਆਪਾਂ ਐਂ ਵੀ ਕਹਿ ਸਕਦੇ ਹਾਂ ਵੀ ਅੰਧ ਵਿਸ਼ਵਾਸ ਹੈ ਕਿਸੇ ਹੱਦ ਤੱਕ, ਉਹ ਪਹਿਲਾਂ ਜ਼ਰੂਰੀ ਹੈ। ਪਰ ਜਿਹਦੇ ਉੱਤੇ ਆਪਾਂ ਭਰੋਸਾ ਕਰੀਏ ਉਹ ਅੰਨਾ ਨਾ ਹੋਵੇ। ਅੰਧ ਵਿਸ਼ਵਾਸ ਜ਼ਰੂਰੀ ਹੈ, ਪਰ ਜਿਹਦੇ ਉੱਤੇ ਭਰੋਸਾ ਕਰੀਏ, ਜਿਹੜਾ ਗੁਰੂ ਬਣਾਈਏ ਜਿਹਨੂੰ, ਉਹ ਅੰਨਾ ਨਾ ਹੋਵੇ। ਇਹ ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਕਿਸੇ ਦੇ ਜਵਾਬ 'ਚ ਵੀ ਕਿਹਾ ਧਰਮ ਦੇ ਵਿੱਚ ਅੰਧ ਵਿਸ਼ਵਾਸ ਜ਼ਰੂਰੀ ਹੈ, ਬਿਲਕੁਲ ਜ਼ਰੂਰੀ ਹੈ। ਜੇ ਇੰਨਾ ਕੁ ਵੀ ਨਹੀਂ ਕਰਾਂਗੇ ਤਾਂ ਰੱਬ ਦੀ ਔਰ ਧਰਮ ਦੀ ਸਮਝ ਨਹੀਂ ਆਉਣੀ ਫਿਰ ਬਿਲਕੁਲ ਵੀ। ਜਿਹੜੀ ਸਾਇੰਸ ਹੈ ਉਹ ਇੰਦਰੀਆਂ ਦਾ ਵਿਸ਼ਾ ਹੈ, ਜਿਹੜਾ ਧਰਮ ਹੈ ਉਹ ਅਨੁਭਵ ਔਰ ਵਿਸ਼ਵਾਸ ਦਾ ਵਿਸ਼ਾ ਹੈ, ਜਿਹੜਾ ਰੱਬ ਵਾਲਾ ਧਰਮ ਹੈ। ਬਾਹਰਲੇ ਧਰਮ ਦੀ ਗੱਲ ਨਹੀਂ, ਅੰਦਰਲੇ ਧਰਮ ਦੀ ਗੱਲ। ਤੋ ਸਾਧ ਸੰਗਤ ਜੀ, ਉਹ ਧਰਮੀ ਦਾ ਭਰੋਸਾ ਜਿਹੜਾ ਹੈ ਉਹ ਵਿਸ਼ਵਾਸ ਉਹ ਰੱਬ ਪਰ ਹੁੰਦਾ, ਸਾਇੰਸਦਾਨ ਦਾ ਨਹੀਂ ਹੁੰਦਾ। ਸਾਇੰਸਦਾਨ ਨੇ ਆਪਣੀ ਸਾਇੰਸ ਦੇ ਮੁਤਾਬਕ ਰੱਬ ਨੂੰ ਪ੍ਰੂਵ ਕਰਨਾ, ਉਹਨੇ ਟੈਸਟ ਟਿਊਬ ਵਿੱਚ ਰੱਬ ਨੂੰ ਪਰਖ ਕਰਨੀ ਰੱਬ ਦੀ। ਉਸ ਤਰ੍ਹਾਂ ਨਹੀਂ ਹੋ ਸਕਦੀ, ਕਿਉਂਕਿ ਰੱਬ ਅਗੰਮ ਹੈ, ਅਗੋਚਰ ਹੈ। ਇਹ ਇੰਦਰੀਆਂ ਦਾ ਵਿਸ਼ਾ ਨਹੀਂ ਹੈ ਜਿਹੜਾ ਪਰਮਾਤਮਾ ਹੈ। ਸਾਇੰਸ ਇੰਦਰੀਆਂ ਦੇ ਵਿਸ਼ੇ ਜਿਹੜੇ ਹੈਗੇ ਉਹਨਾਂ ਦੀ ਖੋਜ ਕਰ ਸਕਦੀ ਹੈ। ਹੁਣ ਇਹ ਜਿਹੜਾ ਰੱਬ ਵਾਲਾ ਕਨਸੈਪਟ ਹੈ, ਇਹਦੇ 'ਚ ਕਿਰਪਾ ਦਾ ਜਿਹੜਾ ਕਿਰਪਾ ਹੈ ਜਾਂ ਨਦਰ ਹੈ, ਉਹ ਬਹੁਤ ਜ਼ਰੂਰੀ ਹੈ। ਸਾਇੰਸ ਵਿੱਚ ਇਸ ਤਰ੍ਹਾਂ ਨਹੀਂ ਹੈ। ਤਾਂ ਹੀ ਜਿਹੜੇ ਭਰਾ ਅਸੀਂ ਸਾਇੰਸ ਪੜ੍ਹੇ ਹੋਏ ਹਾਂ, ਪੜ੍ਹਦੇ ਹਾਂ, ਉਹ ਗੁਰਬਾਣੀ ਨੂੰ ਹਰ ਇੱਕ ਚੀਜ਼ ਨੂੰ ਸਾਇੰਸ ਪਰ ਲਾਗੂ ਕਰਕੇ ਦੇਖਣਾ ਚਾਹੁੰਦੇ। ਇੱਕ ਨਹੀਂ ਹੁੰਦਾ ਕਦੇ। ਸਾਇੰਸ ਵਾਲਾ ਜਿਹੜਾ ਕਨਸੈਪਟ ਹੈ ਉਹ ਇੰਦਰੀਆਂ ਤੱਕ ਮਹਿਦੂਦ ਹੈ। ਜਿਹੜਾ ਆਤਮਿਕ ਜੀਵਨ ਹੈ
ਉਹ ਸਾਇੰਸ ਤੋਂ ਉੱਪਰ ਹੈ। ਉਹਦੇ 'ਚ ਸਾਇੰਸ ਦਾ ਕੋਈ ਮਹੱਤਵ ਨਹੀਂ ਹੈ, ਬਲਕਿ ਸਾਇੰਟੀਫਿਕ ਬੰਦਾ ਤਾਂ ਸਗੋਂ ਗੁਰਬਾਣੀ ਨੂੰ ਵੀ ਮਟੀਰੀਅਲਿਸਟਿਕ ਵੇ ਦੇ ਨਾਲ ਐਕਸਪਲੇਨ ਕਰਨ ਲੱਗ ਜਾਂਦਾ। ਹੁਣ ਇਹ ਊੜਾ ਆੜਾ ਜਿਹੜੇ ਆਪਾਂ ਨੇ ਵਿਚਾਰੇ ਹੈ, ਬਾਹਰਲਾ ਜ਼ਿੰਦਗੀ ਅਤੇ ਮੌਤ ਦਾ ਜਿਹੜਾ ਐਨਾਲਿਸਿਸ ਹੈ ਔਰ ਕੁਦਰਤ ਦਾ ਬ੍ਰਹਿਮੰਡ ਦਾ ਜਿਹੜਾ ਐਨਾਲਿਸਿਸ ਹੈ, ਇਹਦੇ ਵਿੱਚ ਪਰਮਾਤਮਾ ਵਸਿਆ ਹੋਇਆ, ਇਸੇ ਕਰਕੇ ਗੁਰਬਾਣੀ ਵਿੱਚ ਇਹਦਾ ਜ਼ਿਕਰ ਆਉਂਦਾ, ਨਹੀਂ ਤਾਂ ਲੋੜ ਵੀ ਹੈ ਨਹੀਂ ਸੀ ਇਹਦੀ। ਪਰ ਇਸ ਕਰਕੇ ਕੁਦਰਤ ਕਰਕੇ ਵਸਿਆ ਸੋਏ ਵਾਹਿਗੁਰੂ ਜੀ ਇਹਨਾਂ ਦੇ ਵਿੱਚ ਬਿਰਾਜਮਾਨ ਹੈ, ਆਪਣੀ ਕੁਦਰਤ ਦੇ ਵਿੱਚ। ਇਹਨੂੰ ਆਪਾਂ ਜੇ ਸਾਇੰਟੀਫਿਕ ਵੇ ਨਾਲ ਖੋਜਾਂਗੇ ਤਾਂ ਬਿਲਕੁਲ ਸਾਨੂੰ ਪ੍ਰਾਪਤੀ ਹੋਊਗੀ। ਦੇਖੋ ਹੁਣ ਇਹ ਗੱਲ ਕਹੀ ਜਾ ਰਹੀ ਹੈ ਵੀ ਸ਼੍ਰੀ ਰਾਮ ਚੰਦਰ ਜੀ ਦਾ ਜਨਮ 8,80,000 ਸਾਲ ਤੋਂ ਵੀ ਪਹਿਲਾਂ ਹੋਇਆ, ਪਰ ਉਹਨਾਂ ਦੀ ਜਿਹੜੀ ਜੀਵਨੀ ਤੁਲਸੀਦਾਸ ਨੇ 15ਵੀਂ ਸਦੀ 'ਚ ਲਿਖੀ ਹੈ ਉਹ। ਔਰ ਮਹਾਤਮਾ ਬੁੱਧ ਦੀ ਮੌਤ ਤੋਂ ਬਾਅਦ 446 ਸਾਲ ਬਾਅਦ ਵਿੱਚ ਲੰਕਾ ਦੇ ਰਾਜੇ ਬਿਰਦਗਾਮਨੀ ਨੇ ਬੁੱਧ ਨੂੰ ਲਿਖਤੀ ਰੂਪ ਦਿੱਤਾ ਹੈ, ਉਹਨਾਂ ਦੀ ਜਿਹੜਾ ਜੋ ਕੁਝ ਵੀ ਸਿੱਖਿਆ ਸੀ। ਕਹਿਣ ਤੋਂ ਮੁਰਾਦ ਇਹ ਹੈ ਵੀ ਜਿਹੜੀ ਬਾਈਬਲ ਹੈ ਉਹ ਵੀ ਈਸਾ ਜੀ ਤੋਂ ਬਹੁਤ ਬਾਅਦ 'ਚ ਲਿਖੀ ਗਈ ਹੈ। ਸਾਰੇ ਲਗਭਗ ਧਰਮ ਗ੍ਰੰਥ ਉਹਨਾਂ ਮਹਾਂਪੁਰਸ਼ਾਂ ਦੇ ਜ਼ਿੰਦਗੀ ਤੋਂ ਬਾਅਦ ਵਿੱਚ ਲਿਖੇ ਗਏ, ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬ ਨੇ ਖੁਦ ਆਪ ਉਚਾਰੀ ਵੀ ਹੈ ਬਾਣੀ ਤੇ ਸੰਪਾਦਨ ਵੀ ਕਰਿਆ। ਜਦੋਂ ਕੋਈ ਬੰਦਾ ਕਿਸੇ ਗੱਲ ਨੂੰ ਸੁਣਦਾ ਹੈ, 10 ਬੰਦੇ ਵੀ ਜੇ ਸੁਣੇ ਤਾਂ ਉਹ 10 ਅਲੱਗ-ਅਲੱਗ ਇੰਟਰਪ੍ਰੇਟ ਕਰ ਲੈਂਦੇ, ਤਾਂ ਬਾਅਦ ਵਿੱਚ ਲਿਖਣ ਵਾਲਿਆਂ ਦਾ ਬਹੁਤ ਮੁਮਕਿਨ ਹੈ ਇਹ ਗੱਲ, ਕੁਦਰਤੀ ਹੈ ਵੀ ਉਹ ਫਰਕ ਪੈ ਜਾਂਦਾ ਸੋਚ ਵਿੱਚ। ਜਦ ਕਿ ਜਿਹੜਾ ਮਹਾਂਪੁਰਸ਼ ਨੇ ਆਪ ਲਿਖੀ ਹੈ ਉਹ 'ਚ ਸੋਚ ਅੰਤਰ ਆਉਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਗੱਲ ਜੁਦੀ ਹੈ ਵੀ ਉਹ ਲਿਖੀ ਹੋਈ ਨੂੰ ਵੀ ਅਸੀਂ ਅਲੱਗ-ਅਲੱਗ ਇੰਟਰਪ੍ਰੇਟ ਕਰਨ ਲੱਗ ਪੈਂਦੇ, ਕਿਉਂਕਿ ਬੁੱਧੀ ਹੈ। ਬੁੱਧੀ ਜਿਹੜੀ ਹੈ ਇਹ ਠੀਕ ਵੀ ਚੰਗੀ ਵੀ ਹੈ, ਲੇਕਿਨ ਇਹ ਬੁਰੀ ਵੀ ਬਹੁਤ ਹੈ। ਸਾਇੰਸ ਦੇ ਵਿੱਚ ਬੁੱਧੀ ਬਹੁਤ ਅੱਛੀ ਚੀਜ਼ ਹੈ, ਲੇਕਿਨ ਧਰਮ ਜਿਹੜਾ ਰੱਬ ਦਾ ਰਸਤਾ ਹੈ ਜਾਂ ਰੱਬ ਦੇ ਸਮਝਣ ਵਾਲੀ ਗੱਲ ਹੈ, ਉੱਥੇ ਬੁੱਧੀ ਬਿਲਕੁਲ ਉਲਟੇ ਰਸਤੇ ਪਾਉਂਦੀ ਹੈ ਬੰਦੇ ਨੂੰ। ਉੱਥੇ ਬੁੱਧੀ ਦੇ ਖੰਭ ਝਾੜਨੇ ਪੈਣੇ ਤਾਂ ਜਾ ਕੇ ਸਮਝ ਆਉਂਦੀ ਰੱਬ ਦੀ। ਜਿਹੜਾ ਬੈਤਰਨੀ ਨਦੀ ਦਾ ਜ਼ਿਕਰ ਆਇਆ ਸੀ ਰਹਿਰਾਸ 'ਚ ਵੀ ਉਹ ਲੰਘਣੀ ਪੈਂਦੀ ਹੈ। ਪੁਲਸਲਾਤ ਦਾ ਜ਼ਿਕਰ ਵੀ ਆਉਂਦਾ, ਵਾਲੋਂ ਨਿੱਕੀ ਪੁਲਸਲਾਤ ਕੰਨੀ ਨਾ ਸੁਣਿਆ ਹੈ, ਬਾਬਾ ਫਰੀਦ ਜੀ ਨੇ ਜ਼ਿਕਰ ਕਰਿਆ। ਪਾਰਸੀ ਲੋਕ ਇਹਨੂੰ ਚਿਨਵਤ ਪ੍ਰੇਤੂ ਕਹਿੰਦੇ, ਇਹ ਜਿਹੜਾ ਪੁਲ ਹੈ ਜਿਹੜਾ ਲੰਘ ਕੇ ਜਾਣਾ ਪੈਂਦਾ। ਸਾਧ ਸੰਗਤ ਜੋ ਹਿੰਦੂ ਮਿਥਿਹਾਸ ਵਿੱਚ ਜ਼ਿਕਰ ਹੈ ਵੀ ਬੈਤਰਨੀ ਨਦੀ 12 ਕਿਲੋਮੀਟਰ ਦੇ ਲਗਭਗ ਚੌੜੀ ਹੈ, ਲਹੂ ਰਾਤ ਦੀ ਉਬਲਦੀ ਹੋਈ ਨਦੀ ਹੈ, ਉਹਦੇ ਵਿੱਚ ਨੂੰ ਆਤਮਾ ਨੂੰ ਲੰਘਣਾ ਪੈਂਦਾ। ਉਹਨਾਂ ਨੇ ਤਾਂ ਇਹ ਖਿਆਲ ਦਿੱਤਾ ਵੀ ਗਊ ਦੀ ਪੂੰਛ ਫੜ ਕੇ ਹਿੰਦੂ ਤਾਂ ਪਾਰ ਲੰਘ ਜਾਏਗਾ, ਜਾਂ ਕਮ ਸੇ ਕਮ ਗਊ ਦਾਨ ਕਰਨੇ ਦੇ ਨਾਲ ਉਹ ਨਦੀ ਪਾਰ ਹੋ ਜਾਏਗੀ। ਪਰ ਗੁਰਮਤ ਦਾ ਐਸਾ ਖਿਆਲ ਨਹੀਂ ਹੈ। ਗੁਰਮਤ ਅਨੁਸਾਰ ਆਤਮਾ ਨੂੰ ਇੰਨੇ ਕਸ਼ਟ ਨਹੀਂ ਭੋਗਣੇ ਪੈਂਦੇ, ਰੱਬ ਦੀ ਅੰਸ਼ ਹੈ। ਕਹੋ ਕਬੀਰੇ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੇ ਨਾ ਮਨ। ਉਹਨਾਂ ਦਾ ਖਿਆਲ ਉਹ ਹੈ ਤੇ ਗੁਰਮਤ ਦਾ ਖਿਆਲ ਹੋਰ ਹੈ। ਗੁਰਮਤ ਅਨੁਸਾਰ ਜਿਉਂਦੇ ਜੀ ਇੱਕ ਸਿੱਖ ਗੁਰੂ ਨਾਲ ਮਿਲ ਕੇ ਪਰਮਾਤਮਾ 'ਚ ਲੀਨ ਹੋ ਜਾਂਦਾ, ਉਹਦੇ ਰਸਤੇ 'ਚ ਇਹੋ ਜਿਹਾ ਕੁਛ ਨਹੀਂ ਆਉਂਦਾ। ਬਾਕੀ ਜਿੰਨੇ ਵੀ ਧਰਮ ਹੈ ਸਿੱਖੀ ਤੋਂ ਬਿਨਾਂ, ਉਹ ਆਤਮਾ ਨੂੰ ਮਰਨੋਂ ਉਪਰੰਤ ਦੁੱਖ ਭੋਗਦਾ ਦਿਖਾਉਂਦੇ। ਗੁਰਬਾਣੀ 'ਚ ਐਸਾ ਨਹੀਂ ਹੈ। ਗੁਰਬਾਣੀ ਇੱਕੋ ਰੱਬ ਨੂੰ ਮੰਨਦੀ ਹੈ ਤੇ ਉਹ ਜਿਉਂਦੇ ਜੀ ਬੰਦੇ ਦੇ ਪ੍ਰਾਪਤੀ ਉਹਦੀ ਹੋ ਜਾਂਦੀ ਹੈ। ਔਰ ਇੱਕ ਗੱਲ ਹੋਰ, ਸਾਡੇ ਮਿਥਿਹਾਸ ਦੇ ਵਿੱਚ ਜਿਹੜੇ ਕਬੀਲਿਆਂ ਦੇ ਸਰਦਾਰ ਸੀ, ਰਾਜੇ ਸੀਗੇ, ਉਹਨਾਂ ਨੂੰ ਅਵਤਾਰ ਬਣਾ ਕੇ ਪੂਜਿਆ ਗਿਆ। ਇਹ ਮਿਥਿਹਾਸ ਹੈ। ਚੌਥੇ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ ਫਰਮਾਉਂਦੇ, ਜੁਗਾ ਜੁਗਾ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ। ਉਹਨਾਂ ਰਾਜਿਆਂ ਨੂੰ ਅਵਤਾਰ ਬਣਾ ਕੇ, ਧਾਰਮਿਕ ਪੁਰਸ਼ ਬਣਾ ਕੇ ਸਮਝ ਕੇ ਪੂਜਾ ਕਰੀ ਜਾ ਰਹੀ ਹੈ। ਅੱਜ ਵੀ ਹੋ ਰਿਹਾ, ਪਹਿਲਾਂ ਵੀ ਹੋ ਰਿਹਾ ਸੀ। ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ। ਤੋ ਸਾਧ ਸੰਗਤ ਜੀ, ਗੁਰਬਾਣੀ ਨੂੰ ਸਮਝਣ ਖਾਤਰ ਬਹੁਤ ਵਿਸ਼ਾਲ ਐਟੀਟਿਊਡ ਹੋਣਾ ਚਾਹੀਦਾ ਬੰਦੇ ਦਾ। ਸਮਗਰਤਾ ਪਹਿਲਾਂ ਤਾਂ ਪੱਲੇ ਹੋਵੇ, ਜਾਣੇ। ਨੰਬਰ 2, ਹਉਮੈ ਘਟੀ ਵੀ ਟੁੱਟੀ ਹੋਈ ਹੋਵੇ ਤਾਂ ਸਮਝ ਆਉਂਦੀ ਹੈ। ਔਰ ਅਗਲੀ ਗੱਲ ਇਹ ਵੀ
ਕੁਛ ਚੀਜ਼ਾਂ ਜਿਹੜੀਆਂ ਜਿਵੇਂ ਬ੍ਰਹਿਮੰਡ ਦੀ ਖੋਜ ਹੈ, ਬ੍ਰਹਿਮੰਡ ਦਾ ਜ਼ਿਕਰ ਹੈ ਜਾਂ ਜ਼ਿੰਦਗੀ ਮੌਤ ਦਾ ਜ਼ਿਕਰ ਹੈ, ਇਹਨਾਂ ਦੇ ਉੱਤੇ ਸਾਇੰਟੀਫਿਕ ਨਿਯਮ ਲਾਗੂ ਹੁੰਦੇ। ਬਾਕੀਆਂ ਤੇ ਜਿਹੜਾ ਜਿੱਥੇ ਰੱਬ ਦੀ ਗੱਲ ਆਉਂਦੀ ਹੈ, ਨਾਮ ਦੀ ਗੱਲ ਆਉਂਦੀ ਹੈ, ਉੱਥੇ ਨਹੀਂ ਲਾਗੂ ਹੁੰਦੇ ਸਾਇੰਸ ਦੇ ਅਸੂਲ। ਅਸੀਂ ਉਹਨਾਂ ਨੂੰ ਜ਼ਬਰਦਸਤੀ ਲਾਗੂ ਕਰਨ ਦੀ ਜੇ ਕੋਸ਼ਿਸ਼ ਕਰਾਂਗੇ ਨਹੀਂ ਸਮਝ ਆਏਗੀ। ਤੇ ਜਿਹੜਾ ਅੰਧ ਵਿਸ਼ਵਾਸ ਭਗਤੀ ਹੈ ਉਹ ਵੀ ਠੀਕ ਨਹੀਂ। ਜਿਵੇਂ ਗੁਰੂ ਸਾਹਿਬ ਨੇ ਮਿਥਿਆਸ ਦੇ ਹਵਾਲੇ ਦਿੱਤੇ ਹੈ ਬਾਣੀ ਦੇ ਵਿੱਚ, ਅਸੀਂ ਲੋਕ ਉਹਨਾਂ ਨੂੰ ਪਕੜ ਕੇ ਬਹਿ ਜਾਂਦੇ ਵੀ ਕਥਾ ਕਹਾਣੀ ਬਾਣੀ 'ਚ ਆਉਂਦੀ ਹੈ। ਨਹੀਂ ਸਾਧ ਸੰਗਤ ਜੀ, ਉਹ ਮੰਨਣ ਖਾਤਰ ਨਹੀਂ ਹੈ, ਉਹ ਉਹਨਾਂ ਦਾ ਖਿਆਲ ਹੈ ਜਿਹਨੂੰ ਗੁਰਬਾਣੀ ਨੇ ਬਾਅਦ ਵਿੱਚ ਆਪਣਾ ਖਿਆਲ ਦਿੱਤਾ ਹੋਇਆ। ਜਿਵੇਂ ਯੁੱਗਾਂ ਦੀ ਗੱਲ ਆਉਂਦੀ ਹੈ, ਚਾਰੇ ਯੁੱਗਾਂ ਦੀ, ਜਾਂ ਚਾਰੇ ਯੁੱਗਾਂ 'ਚ ਅਲੱਗ-ਅਲੱਗ ਕਰਮਾਂ ਨਾਲ ਮੁਕਤੀ ਹੁੰਦੀ ਸੀ, ਇਹ ਵੀ ਖਿਆਲ ਆਉਂਦਾ ਹੈ। ਗੁਰਬਾਣੀ 'ਚ ਵੀ ਆਉਂਦੇ ਇਹਦੇ ਹਵਾਲੇ, ਪਰ ਐਸਾ ਖਿਆਲ ਗੁਰਮਤਿ 'ਚ ਨਹੀਂ ਹੈ। ਗੁਰਮਤਿ ਅਨੁਸਾਰ ਤਾਂ ਪਤਾ ਹੀ ਨਹੀਂ ਕਿੰਨੇ ਯੁੱਗ ਹੋਲੇ, ਯੁੱਗ ਵੀ ਬਲਕਿ ਕਿੰਨੇ ਕਲਪ ਹੋਲੇ। ਕਲਪ ਯੁੱਗਾਂ ਤੋਂ ਵੀ ਬੜਾ ਹੁੰਦਾ। ਇਸ ਕਰਕੇ ਇਹ ਖਿਆਲ ਬਈ ਕਲਯੁੱਗ ਦੇ ਵਿੱਚ ਨਾਮ ਨਾਲ ਕੇਵਲ ਮੁਕਤੀ ਹੋਣੀ, ਪਹਿਲਾਂ ਕਿਸੇ ਹੋਰ ਤਰ੍ਹਾਂ ਹੁੰਦੀ ਸੀ, ਇਹ ਖਿਆਲ ਉਹਨਾਂ ਦਾ ਹੈ, ਮਿਥਿਆਸ ਦਾ ਹੈ, ਸਾਡਾ ਨਹੀਂ ਹੈ। ਗੁਰੂ ਸਾਹਿਬ ਦਾ ਐਸਾ ਮਤ ਨਹੀਂ ਹੈ, ਭਾਵੇਂ ਕਿ ਹਵਾਲੇ ਆਉਨੇ ਗੁਰਬਾਣੀ 'ਚ। ਗੁਰੂ ਸਾਹਿਬ ਦਾ ਮਤ ਹੈ ਵੀ ਸਭ ਯੁੱਗ ਮੈਂ ਨਾਮ ਉੱਤਮ ਹੋਈ। ਪਹਿਲਾਂ ਵਿਚਾਰ ਆ ਲਈ ਇਸ ਗੱਲ ਦੀ। ਨਾਮ ਤੋਂ ਬਿਨਾਂ ਕਦੇ ਵੀ ਕਿਸੇ ਵੀ ਯੁੱਗ ਦੇ ਵਿੱਚ ਮੁਕਤੀ ਨਹੀਂ ਹੋਈ, ਨਾ ਹੋ ਸਕਦੀ ਹੈ। ਇਹ ਗੁਰਮਤਿ ਦਾ ਖਿਆਲ ਹੈ ਪੱਕਾ। ਸੋ ਜਿਹੜੇ ਅੰਧ ਭਗਤੀ ਹੈ, ਮਿਥਿਆਸ ਨੂੰ ਹੀ ਮੰਨ ਕੇ, ਕਥਾ ਕਹਾਣੀ ਨੂੰ ਹੀ ਮੰਨ ਕੇ ਬਹਿ ਜਾਂਦੇ। ਕਥਾ ਕਹਾਣੀ ਵੇਦੀ ਆਣੀ, ਪਾਪ ਪੁੰਨ ਵਿਚਾਰ, ਉਹ ਗੱਲ ਨੂੰ ਲੈ ਕੇ ਅਗਰ ਅਸੀਂ ਬੈਠਾਂਗੇ ਸਾਨੂੰ ਪ੍ਰਾਪਤੀ ਨਹੀਂ ਹੋ ਸਕਦੀ। ਸਾਨੂੰ ਤਾਂ ਅੰਮ੍ਰਿਤ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਇਹ ਗੱਲ ਪਕੜ। ਧਿਆਨ ਚੋਂ ਨਿਕਲਿਆ ਹੋਇਆ ਜਿਹੜਾ ਗਿਆਨ ਹੈ ਉਹ ਗੁਰਬਾਣੀ ਵਿੱਚ ਹੈ, ਇਹ ਕਥਾ ਕਹਾਣੀ ਨਹੀਂ ਹੈ। ਕਥਾ ਕਹਾਣੀ ਪੂਰਨਾ ਪਾਇਆ ਜਾਂਦਾ ਸੀ ਸਮਝਾਉਣ ਖਾਤਰ ਪਹਿਲੇ ਸਮਿਆਂ ਦੇ ਵਿੱਚ। ਅੱਜ ਕੱਲ੍ਹ ਤਾਂ ਪੜ੍ਹ ਲਿਖ ਕੇ ਲੋਕ ਵਿਕਸਿਤ ਹੋ ਗਿਆ ਦਿਮਾਗ, ਹੁਣ ਇਹਨਾਂ ਕਥਾ ਕਹਾਣੀਆਂ ਦੀ ਜ਼ਰੂਰਤ ਵੀ ਨਹੀਂ ਹੈ। ਪਰ ਜੇ ਕੋਈ ਪਾਈ ਵੀ ਜਾਂਦੀ ਹੈ ਬਾਤ ਇਸ ਤਰ੍ਹਾਂ ਦੀ, ਤਾਂ ਉਹ ਸਮਝਾਉਣ ਖਾਤਰ ਹੈ, ਨਾ ਕਿ ਉਹ ਮੰਨਣ ਖਾਤਰ ਹੈ। ਜਿਵੇਂ ਇੱਕ ਦਿਨ ਪਹਿਲਾਂ ਵੀ ਵਿਚਾਰ ਕਰੀ ਸੀ, ਸੂਰਜ ਦੇ ਉੱਪਰ 10,000 ਡਿਗਰੀ ਟੈਂਪਰੇਚਰ ਹੈ, ਸੂਰਜ ਦਾ ਰਥ 5 ਘੋੜੇ ਖਿੱਚ ਰਹੇ ਹੈ, ਅਰੁਣ ਰਥਵਾਰਥੀ ਹੈ, ਰਥ ਵਿੱਚ ਰਥ ਦਾ ਜਿਹੜਾ ਚਲਾਉਣੇ ਵਾਲਾ। ਤੇ ਹੁਣ ਤੁਸੀਂ ਕਿਆਸ ਕਰਕੇ ਦੇਖੋ ਵੀ ਕਿਆ ਇਜ਼ ਇਟ ਪੋਸੀਬਲ ਵੀ ਇੰਨੇ ਟੈਂਪਰੇਚਰ ਦੇ ਉੱਪਰ ਘੋੜੇ ਔਰ ਅਰੁਣ ਜਿਉਂਦਾ ਰਹਿ ਸਕਦਾ। ਔਰ ਸੂਰਜ ਕੋਈ ਛੋਟਾ ਮੋਟਾ, ਧਰਤੀ ਨਾਲੋਂ ਕਈ ਹਜ਼ਾਰ ਗੁਣਾ ਬੜਾ। ਕਿਹੜਾ ਰਥ, ਕਿਹੜੇ ਘੋੜੇ। ਇਹ ਮਿਥਿਆਸ ਦਾ ਹਵਾਲਾ ਦਿੱਤਾ ਹੋਇਆ ਵੀ ਜਿਹੜਾ ਕਰਮ ਹੈ ਉਹ ਕੱਟਦਾ ਨਹੀਂ ਹੈ। ਭਗਤ ਤਲੋਚਨ ਜੀ ਦਾ ਸ਼ਬਦ ਹੈ ਬਈ ਅਰੁਣ ਦੇਵਤਾ ਦੇ ਪੱਲੇ ਵਿਸ਼ਵ ਦਾ ਦੀਪਕ ਸਵਾਮੀ ਜਿਹੜਾ ਸੂਰਜ ਹੈ, ਇੱਕ ਤਾਂ ਉਹਦਾ ਉਹ ਰਥਵਾਰਥੀ ਹੈ, ਸਾਰੀ ਸ੍ਰਿਸ਼ਟੀ ਨੂੰ ਚਾਨਣ ਦੇਣ ਵਾਲੇ ਦੇਵਤੇ ਦਾ ਉਹ ਰਥਵਾਰਥੀ ਹੈ। ਇੱਕ ਉਹਦਾ ਜਿਹੜਾ ਚਚੇਰਾ ਭਰਾ ਹੈ ਉਹ ਪੰਖੀਆਂ ਦਾ ਰਾਜਾ ਗਰੜ ਹੈ। ਗਰੜ ਜਿਹੜਾ ਹੈ ਦੇਵਤਾ ਪੰਖੀ, ਉਹ ਉਹਦਾ ਚਚੇਰਾ ਭਰਾ ਹੈ। 2 ਦੇਵਤਿਆਂ ਦਾ ਮਾਣ ਹੈ ਅਰੁਣ ਦੇ ਕੋਲ, ਫਿਰ ਵੀ ਉਹ ਲੰਗੜਾ ਲੱਤ ਤੋਂ। ਮਿਥਿਆਸ ਹੈ ਕਿਉਂਕਿ ਉਹਨੇ ਪਹਿਲੇ ਜਨਮ 'ਚ ਭੰਭੀਰੀ ਦੀ ਟੰਗਾਂ ਦੇ ਵਿੱਚ ਸੂਈ ਮਾਰ ਦਿੱਤੀ ਸੀਗੀ, ਇਸੀ ਕਰਕੇ ਉਹ ਲੰਗੜਾ। ਤਾਂ ਭਗਤ ਜੀ ਸਮਝਾਉਣਾ ਚਾਹੁੰਦੇ ਵੀ ਕਰਮ ਕੱਟਦਾ ਨਹੀਂ ਹੈ, ਆਹ ਗੱਲ ਸਮਝਾਉਣੀ ਹੈ ਮਿਥਿਆਸ ਦਾ ਹਵਾਲਾ ਨਾਲ। ਪਰ ਗੁਰਬਾਣੀ ਵਿੱਚ ਇਸ ਤੋਂ ਵੀ ਅਗਲੀ ਗੱਲ ਕਹੀ ਗਈ ਹੈ, ਬੇਸ਼ੱਕ 98-99% ਕਰਮ ਕੱਟਦਾ ਨਹੀਂ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਪਰ ਨਾਲ ਇਹ ਵੀ ਗੱਲ ਦੱਸ ਦਿੱਤੀ ਵੀ ਜੇ ਗੁਰੂ ਕਿਰਪਾ ਕਰ ਦੇਵੇ, ਬਖਸ਼ਿਸ਼ ਹੋ ਜੇ ਉਹਦੀ, ਤਾਂ ਬਿਨਾਂ ਕਿਸੇ ਕਰਮ ਧਰਮ ਤੋਂ, ਬਿਨਾਂ ਕਿਸੇ ਵਿਦਿਆ ਤੋਂ ਉਧਾਰ ਕਰ ਦਿੰਦਾ। ਇਹ ਉਹਦੀ ਵਡਿਆਈ ਹੈ। ਬਖਸ਼ਿਸ਼ ਜਿਹੜੀ ਹੈ ਉਹ ਕਦੇ ਨਹੀਂ ਦੇਖਦੀ ਵੀ ਇਹ ਪੁੰਨੀ ਹੈ ਕਿ ਪਾਪੀ ਹੈ। ਇਹ ਉਹਦੀ ਰਜ਼ਾ ਜਿੱਤੇ ਤੇ ਮਰਜ਼ੀ ਕਰ ਦੇਵੇ। ਗਨਕਾ ਤੇ ਵੀ ਕਰੀਏ, ਜਾਮਲ ਤੇ ਵੀ ਕਰੀਏ। ਹੋ ਸਕਦਾ ਸਾਰੀ ਉਮਰ ਧਾਰਮਿਕ ਸਥਾਨਾਂ ਤੇ ਫਿਰਨ ਵਾਲੇ ਬੰਦੇ ਦੇ ਉੱਪਰ ਕਿਰਪਾ ਨਾ ਹੋਵੇ, ਇਹ ਉਹਦੀ ਮਰਜ਼ੀ ਹੈ। ਸੋ 1% ਗੁੰਜਾਇਸ਼ ਗੁਰੂ ਸਾਹਿਬ ਨੇ ਰੱਖੀ ਹੈ। ਐਕਸੈਪਸ਼ਨਲ ਗੱਲ ਹੈ ਵੀ ਜੇ ਗੁਰੂ ਚਾਹੇ, ਪਰਮਾਤਮਾ ਚਾਹੇ ਤਾਂ ਕਿਸੇ ਪਰ ਵੀ ਕਿਰਪਾ ਕਰ ਸਕਦਾ, ਕਰਮ ਨੂੰ ਕੱਟ ਸਕਦਾ ਹੈ। ਗੁਰ ਕਾ ਸ਼ਬਦ ਕੱਟ ਹੈ, ਕੋਟ ਕਰਮ ਕੱਟ ਸਕਦਾ ਹੈ। ਨੋਰਮਲੀ ਇੱਕਣ ਨਹੀਂ ਹੁੰਦਾ। ਨੋਰਮਲੀ ਜਿਹਾ ਜਿਹਾ ਕਰੋਗੇ, ਜਿਹਾ ਬੀਜੇ ਸੋ ਲਾਉਣਾ, ਕਰਮਾ ਸੰਦੜਾ ਕੇ। ਇਹ ਦੋਨੋਂ ਚੀਜ਼ਾਂ ਨਾਲ ਨਾਲ ਚੱਲਦੀਆਂ ਗੁਰਮਤਿ ਵਿੱਚ। ਸੋ ਅੰਧ ਭਗਤੀ ਹੈ ਜਿਹੜੀ ਉਹ ਨਹੀਂ ਕਰਨੀ ਹੈ। ਕਥਾ ਕਹਾਣੀਆਂ ਮਗਰ ਨਹੀਂ ਜਾਣਾ, ਉਹਨਾਂ ਤੋਂ ਗਿਆਨ ਲੈਣਾ। ਉਹੀ ਸਾਡਾ ਆਸ਼ਾ ਹੈ ਗੁਰਬਾਣੀ ਦਾ। ਗੁਰੂ ਸਾਹਿਬ ਨੇ ਉਹਨਾਂ ਦੇ ਹਵਾਲੇ ਦੇ ਕੇ, ਦ੍ਰਿਸ਼ਟਾਂਤ ਦੇ ਕੇ ਸਾਨੂੰ ਆਪਣੀ ਗੱਲ ਸਮਝਾਈ। ਤੋ ਸਾਧ ਸੰਗਤ ਜੀ ਵਿਚਾਰ ਕਰਦੇ ਹਾਂ, ਕਈ ਵਾਰੀ ਕਾਫੀ ਕੋਈ ਐਸਾ ਸ਼ਬਦ ਵੀ ਨਿਕਲ ਜਾਂਦਾ ਅਪਸ਼ਬਦ,
ਉਹਦੀ ਖਿਮਾ ਆਪ ਜੀ ਬਖਸ਼ਣ ਆ ਰਹੇ हैं। ਦਿਓ ਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।